ਸਤਿ ਸ਼੍ਰੀ ਅਕਾਲ ਜੀ। ਤੁਸੀਂ ਵੇਖ ਰਹੇ ਹੋ ਪੰਜਾਬ ਮਿਲ USA TV। ਤੁਹਾਡਾ ਸਾਰਿਆਂ ਦਾ ਸਵਾਗਤ ਕਰੰਟ ਨਿਊਜ਼ ਐਂਡ ਵਿਊਜ਼ ਦੇ ਵਿੱਚ। ਮੈਂ ਹਾਂ ਸੰਜੀਵ ਯਸ਼ ਖੰਨਾ, ਮੇਰੇ ਨਾਲ ਨੇ ਜਤਿੰਦਰ ਖੈਰਾ। ਸੋ ਖੈਰਾ ਸਾਹਿਬ, ਅੱਜ ਰਾਸ਼ਟਰੀ ਸ਼ੋਕ ਅਸੀਂ ਮਨਾ ਰਹੇ ਹਾਂ ਜੋ ਜਾਪਾਨ ਦੇ ਸਾਬਕਾ ਪ੍ਰਧਾਨ ਮੰਤਰੀ ਸ਼ਿਜ਼ੋ ਆਬੇ ਉਹਨਾਂ ਦਾ ਕਤਲ ਹੋਇਆ। ਇੱਕ ਸਮਾਗਮ ਦੌਰਾਨ ਜਦੋਂ ਉਹ ਆਪਣੀਆਂ ਇਲੈਕਸ਼ਨਸ ਵਾਸਤੇ ਲੋਕਾਂ ਨਾਲ ਸੰਬੋਧਿਤ ਹੋ ਰਹੇ ਸੀ, ਉਦੋਂ ਗੋਲੀ ਮਾਰ ਕੇ ਔਰ ਜਹਾਜ਼ ਰਾਹੀਂ ਉਹਨਾਂ ਨੂੰ ਲਿਆਂਦਾ ਗਿਆ ਹਸਪਤਾਲ, ਪਰ ਉੱਥੇ ਉਹਨਾਂ ਦਾ ਸਾਹ ਵੀ ਰੁਕ ਚੁੱਕਾ ਸੀ ਤੇ ਦਿਲ ਦੀ ਧੜਕਣ ਵੀ। ਤੇ ਅੱਜ ਇੱਕ ਲਾਲ ਕਿਲੇ ਦੇ ਉੱਤੇ ਤੇ ਸੰਸਦ ਭਵਨ ਦੇ ਉੱਤੇ ਤੇ ਰਾਸ਼ਟਰਪਤੀ ਭਵਨ ਦੇ ਉੱਤੇ ਜੋ ਭਾਰਤ ਦੇ ਵਿੱਚ ਨੇ, ਤਿਰੰਗਾ ਝੰਡਾ ਅੱਧਾ ਚੁੱਕਿਆ ਹੋਇਆ। ਜਦੋਂ ਵੀ ਕੋਈ ਰਾਸ਼ਟਰੀ ਸ਼ੋਕ ਹੁੰਦਾ ਸੰਦੀਪ ਜੀ, ਅੱਧਾ ਝੰਡਾ ਉਹਦਾ ਪ੍ਰਤੀਕ ਹੈ ਵੀ ਅੱਧਾ ਝੰਡਾ ਅਸੀਂ ਲਹਿਰਾਉਂਦੇ ਹਾਂ, ਇਹ ਉਹਦਾ ਰਾਸ਼ਟਰੀ ਸ਼ੋਕ ਦਾ ਪ੍ਰਤੀਕ ਹੈ। ਜਦੋਂ ਅਸੀਂ ਗੁਆਂਢੀ ਮੁਲਕ ਦੀ ਗੱਲ ਕਰਦੇ ਆ ਨਾ, ਤੇ ਇੱਕ ਸ਼ਿਸ਼ਟਾਚਾਰ ਹੁੰਦਾ ਸਾਡਾ ਕਿ ਗੁਆਂਢ ਦੇ ਵਿੱਚ ਕੁਝ ਵੀ ਹੋਇਆ ਹੋਵੇ ਨਾ, ਗੁਆਂਢੀ ਦਾ ਦੁੱਖ ਸਾਡਾ ਦੁੱਖ, ਗੁਆਂਢੀ ਦਾ ਸੁੱਖ ਸਾਡਾ ਸੁੱਖ। ਪਰ ਉਹ ਗੱਲ ਵੱਖਰੀ ਕਿ ਹੁਣ ਕਦਰਾਂ ਕੀਮਤਾਂ ਬਦਲ ਗਈਆਂ ਸਮੇਂ ਦੇ ਨਾਲ। ਗੁਆਂਢੀ ਗੁਆਂਢੀ ਨੂੰ ਨਹੀਂ ਬੁਲਾਉਂਦਾ ਕਦੇ, ਕਿਉਂਕਿ ਕਹਿੰਦੇ ਹੁੰਦੇ ਆ ਰਿਸ਼ਤੇਦਾਰ ਨੇ ਚੱਲ ਕੇ ਆਉਣਾ ਤੇ ਗੁਆਂਢ ਨੇ ਧੁਰੋਂ ਆ ਜਾਣਾ। ਗੁਆਂਢ ਨੂੰ ਆਵਾਜ਼ ਮਾਰਨੀ ਹੈ, ਕੋਈ ਔਖੇ ਸੌਖੇ ਹੀ ਗੁਆਂਢ ਨੂੰ ਆਵਾਜ਼ ਮਾਰ ਲੈਂਦੇ ਆ ਵੀ ਆ ਜਾਓ ਭਾਈ, ਹੈ ਨਾ ਕੁਝ ਹੋ ਗਿਆ। ਤੁਹਾਡਾ ਕੋਈ ਰਿਸ਼ਤੇਦਾਰ ਹੋਊਗਾ, ਅਗਲੇ ਨੂੰ ਚੱਲ ਕੇ ਆਓਗੇ, ਫੋਨ ਕਰੋਗੇ, ਅੱਧੇ ਘੰਟੇ ਦਾ ਡਰਾਈਵ ਹੋਊਗਾ, ਘੰਟੇ ਦਾ ਡਰਾਈਵ ਹੋਊਗਾ। ਇੱਦਾਂ ਜਦੋਂ ਉਹ ਦੇਸ਼ਾਂ ਦੀ ਭਾਈਵਾਲ ਦੀ ਅਸੀਂ ਗੱਲ ਕਰਦੇ ਹਾਂ, ਭਾਈਵਾਲਤਾ ਦੀ ਗੱਲ ਕਰਦੇ ਹਾਂ, ਉਦੋਂ ਵੀ ਅਸੀਂ ਇਹ ਸੇਮ ਜਿਹੜੀਆਂ ਚੀਜ਼ਾਂ ਨੇ ਇਹਨਾਂ ਨੂੰ ਵੇਖਦੇ ਹਾਂ। ਬਿਲਕੁਲ ਠੀਕ ਹੈ। ਜਦੋਂ ਦਾ ਉਹਨਾਂ ਦਾ ਸੰਬੰਧ ਹੋਇਆ ਹੈ ਭਾਰਤ ਦੇ ਨਾਲ, ਜੋ ਮਾਡਰਨ ਸਮੇਂ ਦੇ ਵਿੱਚ ਆਪਾਂ ਗੱਲ ਕਰੀਏ ਤਾਂ ਆਉਣਾ ਜਾਣਾ ਵੱਖ-ਵੱਖ ਥਾਵਾਂ ਦੇ ਉੱਤੇ, ਤੇ ਨਾਲ ਜਿਹੜੀਆਂ ਬਿਜ਼ਨਸ ਡੀਲਸ ਹੋਈਆਂ, ਸਾਡੇ ਇਕਨੋਮੀ ਨੂੰ ਕਾਫੀ ਫਾਇਦਾ ਹੋਇਆ। ਬਿਜ਼ਨਸ ਡੀਲਸ ਜੋ ਅਸੀਂ ਜਾਪਾਨ ਨਾਲ ਕੀਤੀਆਂ, ਇੰਪੋਰਟ ਐਕਸਪੋਰਟ, ਸਾਡਾ ਆਪਸ ਦੇ ਵਿੱਚ ਵਧੀਆ ਰਿਲੇਸ਼ਨਸ ਬਣੇ ਨੇ। ਸੋ ਉਸ ਚੀਜ਼ ਨੂੰ ਦੇਖਦੇ ਹੋਏ ਅਸੀਂ ਵਾਕਈ ਇਸ ਚੀਜ਼ ਦਾ ਅਫਸੋਸ ਰੱਖਦੇ ਹਾਂ ਔਰ ਇਸ ਕਤਲ ਦੀ ਵੀ ਅਸੀਂ ਨਿਖੇਧੀ ਕਰਦੇ, ਬਲਕਿ ਕਤਲ ਦੀ ਤਾਂ ਨਿਖੇਧੀ ਹਰ ਥਾਂ ਤੇ ਹੋਣੀ ਚਾਹੀਦੀ ਜਿੱਥੇ ਇਨਸਾਨੀ ਜਾਨ ਜਾਂਦੀ ਹੈ। ਵਾਕਈ ਜਦੋਂ ਆਪਾਂ ਗੱਲ ਕਰਦੇ ਹਾਂ ਨਾ ਵੀ ਇੱਕ ਐਡਾ ਪਾਵਰਫੁਲ ਬੰਦਾ, ਉਹਨੂੰ ਸਾਬਕਾ ਫੌਜੀ ਦੇ ਵੱਲੋਂ ਗੋਲੀ ਮਾਰ ਦੇਣੀ, ਇੱਕ ਆਪਣੇ ਆਪ ਦੇ ਵਿੱਚ ਬੜੀ ਵੱਡੀ ਗੱਲ ਆ। ਔਰ ਇੱਕ ਵਾਰੀ ਦਾ ਨਹੀਂ ਹੈ, 9 ਸਾਲ ਰਾਜ ਕੀਤਾ ਉਹਨਾਂ ਨੇ। ਔਰ 9 ਸਾਲ ਦੇ ਵਿੱਚ ਜੇ ਉਹ ਗੱਲ ਕੀਤੀ ਜਾਵੇ ਤਾਂ ਭਾਰਤ ਦਾ ਆਪਾਂ ਦੇਖਿਆ ਕਿ ਉਹ ਬਹੁਤ ਵਾਰ ਭਾਰਤ ਆਏ ਨੇ। ਇਲੈਕਟ੍ਰੋਨਿਕਸ ਦੇ ਵਿੱਚ ਸਾਡੀ ਜਿਹੜੀ ਟਾਈ ਆ ਬਹੁਤ ਸਟਰੋਂਗ ਆ ਉਹਨਾਂ ਦੇ ਨਾਲ, ਜਿਹੜੇ ਬਿਲੈਟਰਲ ਇਸ਼ੂਜ਼ ਨੇ। ਉਸ ਤੋਂ ਬਾਅਦ ਅਸੀਂ ਜਦੋਂ ਗੱਲ ਕਰਦੇ ਹਾਂ ਕਿ ਸਾਡਾ ਜਿਹੜੇ ਉੱਥੇ ਦਾਲਾਂ ਕਈ ਸਾਡੀਆਂ ਜਾਂਦੀਆਂ ਨੇ, ਫਿਰ ਅਸੀਂ ਸਮਰੀਨ ਜਿਹੜਾ ਸਾਡਾ ਆ ਉਹਨਾਂ ਦੇ ਨਾਲ ਸਾਂਝਾ ਕਰਦੇ ਹਾਂ। ਫਿਰ ਕਈ ਜਿਹੜੇ ਡਿਫੈਂਸ ਜਿੱਦਾਂ ਆਪਾਂ ਕਹਿੰਦੇ ਹੁੰਦੇ ਨਾ ਕਿ ਏਅਰਪੋਰਟ, ਜਿਹੜੇ ਪਾਇਲਟ ਏਅਰਪੋਰਟ ਨੇ ਜਿਹੜੇ ਅਸੀਂ ਬਣਾਏ ਹੁੰਦੇ ਆ, ਉਹ ਵੀ ਅਸੀਂ ਉਹਨਾਂ ਦੇ ਨਾਲ ਸਾਂਝੇ ਕਰਦੇ ਹਾਂ, ਉਹ ਸਾਡੇ ਨਾਲ ਸਾਂਝੇ ਕਰਦੇ ਆ। ਤੇ ਇੱਕ ਚੰਗਾ ਗੁਆਂਢੀ ਜਦੋਂ ਸ਼ਿੰਜੋ ਐਬੇ ਸੀਗੇ ਤੇ ਪ੍ਰਫੁੱਲਿਤ ਹੋਈ ਆ, ਸਾਡੀ ਨਰਚਰ ਹੋਈ ਸੀ ਗੁਆਂਢ ਸਾਡਾ ਨਾ, ਸਾਡੇ ਜਿਹੜੇ ਕਮਰਸ਼ੀਅਲ ਰਿਲੇਸ਼ਨਸ ਨੇ ਉਹ ਸੁਧਰੇ ਸੀਗੇ। ਬਹੁਤ ਜ਼ਿਆਦਾ। ਆਪਾਂ ਕੱਲ ਵੀ ਗੱਲ ਕੀਤੀ ਸੀ ਕਿ 85 ਲੱਖ ਕਰੋੜ ਜਿਹੜਾ ਸੀਗਾ ਉਹ ਅਸੀਂ ਤਾਂ ਕਰਜ਼ਾ ਵੀ ਲੈ ਲਿਆ ਸੀਗਾ, ਅਸੀਂ ਬੁਲਟ ਟ੍ਰੇਨ ਚਲਾਉਣੀ ਸੀ, ਤੇ ਉਹ ਕਹਿੰਦੇ ਸੀ ਅਸੀਂ ਟੈਕਨੋਲੋਜੀ ਦੇ ਵਿੱਚ ਤੁਹਾਡਾ ਸਾਥ ਦੇਵਾਂਗੇ। ਹੁਣ ਪਤਾ ਨਹੀਂ ਕਿੱਥੇ ਆ ਬੁਲਟ ਟ੍ਰੇਨ ਤੇ ਕਿੱਥੇ ਕੀ ਆ। ਹਾਂ, ਜੰਮੂ ਤੋਂ ਕਟੜਾ ਐਕਸਪ੍ਰੈਸ ਜਿਹੜਾ ਸੀਗਾ ਉਹ ਉਹਨਾਂ ਤੋਂ ਬਣਾ ਲਿਆ ਵਧੀਆ ਇਹਨਾਂ ਨੇ, ਉਹਦੀ ਵੀ ਗੱਲ ਉਦੋਂ ਹੀ ਸ਼ੁਰੂ ਹੋਈ ਸੀਗੀ, ਪਰ ਆ ਟ੍ਰੇਨ ਵਾਲਾ ਜਿਹੜਾ ਆ ਇਹ ਹਾਲੇ ਤੱਕ ਕੰਮ ਨਹੀਂ ਹੋਇਆ। ਚਲੋ, ਇਹਦਾ ਖੈਰ ਵੱਖਰੀ ਗੱਲ ਹੈ, ਪਰ ਫਿਲਹਾਲ ਅਫਸੋਸ ਇਸ ਗੱਲ ਦਾ ਹੈ ਕਿ ਉਹਨਾਂ ਦਾ ਕਤਲ ਹੋਇਆ। ਦੇਖੋ ਉਹ ਡਿਵੈਲਪਮੈਂਟ ਕਿੱਥੇ ਤੱਕ ਹੁੰਦੀ ਉਸ ਕੇਸ ਦੇ ਵਿੱਚ, ਕੌਣ ਕਿੱਥੇ ਤੱਕ ਆਪਣੀ ਵਿਚਾਰਧਾਰਾ ਦੇ ਮੁਤਾਬਿਕ ਗੱਲ ਕਰੇਗਾ ਕਿ ਮੈਂ ਕਿਉਂ ਕਤਲ ਕੀਤਾ, ਕਿਉਂ ਮੈਂ ਗੋਲੀ ਮਾਰੀ। ਸੋ ਇਹ ਸਭ ਗੱਲਾਂ ਸਾਹਮਣੇ ਆਉਣਗੀਆਂ। ਫਿਲਹਾਲ ਆਪਾਂ ਅੱਗੇ ਵੱਧਦੇ ਹਾਂ ਕਿ ਇੱਕ ਰਿਪੋਰਟ ਦੇ ਮੁਤਾਬਿਕ ਅਗਲੇ 12 ਮਹੀਨਿਆਂ ਦੇ ਵਿੱਚ ਜਿਹੜੀਆਂ ਦੁਨੀਆ ਦੀਆਂ ਵੱਡੀਆਂ ਅਰਥ ਵਿਵਸਥਾਵਾਂ ਨੇ, ਯਾਨੀ ਕਿ ਇਕੋਨਮੀਜ਼ ਨੇ ਵੱਖ-ਵੱਖ ਦੇਸ਼ਾਂ ਦੀਆਂ, ਉਹ ਕਾਫੀ ਥੱਲੇ ਜਾ ਸਕਦੀਆਂ ਨੇ। ਉਹਦਾ ਕਾਰਨ ਇਹ ਹੈ ਕਿਉਂਕਿ ਮੰਦੀ ਵੱਲ ਵੱਧ ਰਹੀਆਂ ਨੇ ਅਰਥ ਵਿਵਸਥਾਵਾਂ। ਤੁਸੀਂ ਦੇਖੋ ਰੁਪਈਏ ਦਾ ਰੇਟ ਪਿਛਲੇ ਕੁਝ ਦਿਨਾਂ ਤੋਂ ਲਗਾਤਾਰ ਘਟਣ ਡਿਆ। ਹਾਂਜੀ। ਫਿਰ ਕੱਲ ਇੱਕ ਹੋਰ ਖਬਰ ਆਈ ਸੀ ਕਿ ਯੂਰੋ ਦਾ ਰੇਟ ਬਹੁਤ ਥੱਲੇ ਚਲਾ ਗਿਆ, ਬਹੁਤ। ਹਾਲਾਂਕਿ ਜੇ ਅਸੀਂ US ਡਾਲਰ ਦੀ ਗੱਲ ਕਰੀਏ ਜਾਂ ਕੈਨੇਡੀਅਨ ਡਾਲਰ ਦੀ ਗੱਲ ਕਰੀਏ, ਕੌਨਸਟੈਂਟ ਆ, ਮਤਲਬ US ਡਾਲਰ ਜਿਹੜਾ ਕੌਨਸਟੈਂਟ ਹੈ। ਔਰ ਜੇ ਅਸੀਂ ਕੈਨੇਡਾ ਦੀ ਇਕੋਨਮੀ ਦੀ ਗੱਲ ਕਰੀਏ ਤੇ ਬਾਕੀ ਕੰਟਰੀਜ਼ ਨਾਲੋਂ, ਯੂਰਪੀਅਨ ਕੰਟਰੀਜ਼ ਦੇ ਨਾਲੋਂ ਇਹ ਲਗਾਤਾਰ ਰਿਕਵਰੀ ਮੋਡ ਤੇ ਚੱਲ ਰਿਹਾ। ਬਿਲਕੁਲ ਜੀ। ਹਾਲਾਂਕਿ ਜੇ ਤੁਸੀਂ ਪਹਿਲੇ 10 ਸਾਲ ਦੇਖ ਲਓ, ਕੈਨੇਡਾ ਜਿਹੜਾ ਸੀ ਉਹ ਲਗਾਤਾਰ ਡਾਊਨ ਸੀਗਾ, ਪਰ ਹੁਣ ਕੈਨੇਡਾ ਰਿਕਵਰੀ ਮੋਡ ਤੇ ਆ। ਪਰ ਕਈ ਯੂਰਪੀਅਨ ਕੰਟਰੀ, ਜਿਵੇਂ ਅਸੀਂ ਕਹਿੰਦੇ ਯੂਰੋ ਥੱਲੇ ਚਲਾ ਗਿਆ, ਬੜੀਆਂ ਸਾਰੀਆਂ ਇਟਾਲੀਅਨ ਕੰਟਰੀਜ਼, ਸਵਿਟਜ਼ਰਲੈਂਡ ਵਰਗੀਆਂ ਜਿਹੜੀਆਂ ਟੂਰਿਜ਼ਮ ਦੇ ਉੱਤੇ ਬਹੁਤ ਜ਼ਿਆਦਾ ਡਿਪੈਂਡੈਂਟ ਸੀਗੀਆਂ, ਉਹਨਾਂ ਦੀ ਇਕੋਨਮੀ ਥੋੜੀ ਕ੍ਰੈਸ਼ ਹੋਣ ਦੀ ਸੰਭਾਵਨਾ ਹੈ। ਬਲਕਿ ਹੁਣ ਜਿਵੇਂ ਹੁਣ ਅਸੀਂ ਇਹ ਹਮੇਸ਼ਾ ਗੱਲ ਕਰਦੇ ਹਾਂ ਕਿ ਮਿਡ ਜੁਲਾਈ ਤੋਂ ਟੂਰਿਜ਼ਮ ਵਾਸਤੇ ਇੰਡਸਟਰੀ ਖੁੱਲ੍ਹਦੀ, ਕਿਉਂਕਿ ਸਨਸ਼ਾਈਨ ਹੁੰਦਾ ਹੈ, ਪਿਘਲਦੀ ਹੈ। ਔਰ ਦੂਜਾ ਜਿਹੜੀ ਇਕੋਨਮੀ ਹੈ ਕੈਨੇਡਾ ਦੀ, ਉਹ ਮੋਸਟਲੀ ਜਿਹੜੀ ਮਾਈਗ੍ਰੇਸ਼ਨ ਵਾਸਤੇ ਆਉਂਦੇ ਨੇ ਜਾਂ ਵੀਜ਼ਾ ਬਾਹਰੋਂ ਸਟੂਡੈਂਟਸ ਨੂੰ ਦਿੱਤਾ ਜਾਂਦਾ ਹੈ ਨਾ, ਟੂਰਿਸਟ ਨਹੀਂ। ਕੱਲ 6 ਜੁਲਾਈ ਵਾਲੇ ਦਿਨ ਐਕਸਪ੍ਰੈਸ ਐਂਟਰੀ ਖੁੱਲ ਗਈ। ਐਕਸਪ੍ਰੈਸ ਐਂਟਰੀ ਖੁੱਲੀ ਹੈ, ਉਹਨਾਂ ਦੀ ਇਕੋਨਮੀ ਬੇਸਡ ਹੀ ਮੋਸਟਲੀ ਇਹਦੇ ਉੱਤੇ, ਬਾਹਰੋਂ ਲੋਕ ਆਉਣ ਤੇ ਆਪਣੇ ਨਾਲ ਪੈਸਾ ਲੈ ਕੇ ਆਉਣ।
1.5 ਸਾਲ ਪਹਿਲਾਂ ਦੀ 1.5 ਸਾਲ ਪਹਿਲਾਂ ਐਕਸਪ੍ਰੈਸ ਐਂਟਰੀ ਬੰਦ ਹੋ ਗਈ ਸੀ। ਬਿਲਕੁਲ ਆ ਪਹਿਲਾ ਪੂਲ ਨਿਕਲਿਆ, ਹਾਲਾਂਕਿ ਬਹੁਤ ਸਾਰਿਆਂ ਦੇ ਦਿਲ ਟੁੱਟੇ ਹੋਣੇ ਕਿਉਂਕਿ ਜਿਹੜਾ ਪੂਲ ਦਾ ਜਿਹੜੇ ਨੰਬਰਾਂ ਦੇ ਸਿਸਟਮ ਦਾ ਜਿਹੜਾ ਮਿਆਰ ਸੀਗਾ ਉਹ ਬਹੁਤ ਹਾਈ ਸੀਗਾ। 500 ਕੁਛ ਚਲਾ ਗਿਆ, 551 ਚਲੇ ਗਿਆ ਮੇਰੇ ਖਿਆਲ ਨਾਲ। ਤੇ ਕਈ ਕਿਉਂਕਿ ਇਹ ਕਿੱਥੇ 300 ਤੱਕ ਹੁੰਦਾ ਸੀ, 376 ਹੋਇਆ, 476 ਹੋਇਆ ਤੇ ਹੁਣ 500। ਕਿਉਂਕਿ ਉਹਦਾ ਕਾਰਨ ਵੀ ਦੇਖੋ, ਇੱਕ ਤਾਂ ਉਹਨਾਂ ਨੇ ਕਾਫੀ ਇਨਵੈਸਟਮੈਂਟ ਕੀਤੀ ਹੈ ਕਿ ਸਾਰਾ ਸੌਫਟਵੇਅਰ ਅਪਡੇਟ ਕੀਤਾ ਹੈ ਜੀ। ਕੈਨੇਡਾ ਨੇ, ਤਾਂ ਕਿ ਜੋ ਇਮੀਗ੍ਰੈਂਟਸ ਨੇ, ਜੋ ਵੀਜ਼ਾਸ ਨੇ, ਉਹਦੀ ਪ੍ਰਕਿਰਿਆ ਤੇਜ਼ ਹੋ ਸਕੇ, ਜੋ ਬੈਕਲੌਗ ਹੈ ਉਹਨੂੰ ਕੱਢਿਆ ਜਾ ਸਕੇ। ਔਰ ਦੂਸਰਾ, ਮਿਨਿਸਟਰਾਂ ਦੀ ਇੱਕ ਸਪੈਸ਼ਲ ਟਾਸਕ ਫੋਰਸ ਬਣਾਈ ਹੈ ਜੋ ਫੋਕਸਡ ਹੋਏਗੀ ਇਸੇ ਕੰਮ ਦੇ ਉੱਤੇ ਕਿ ਬੈਕਲੌਗ ਕਿਵੇਂ ਕੱਢਿਆ ਜਾਵੇ, ਨਿਊ ਐਂਟਰੀਜ਼ ਨੂੰ ਕਿੱਦਾਂ ਪੋਸੀਬਲ ਕੀਤਾ ਜਾਵੇ, ਵੱਧ ਤੋਂ ਵੱਧ ਲੋਕਾਂ ਨੂੰ ਕਿਵੇਂ ਆਕਰਸ਼ਿਤ ਕੀਤਾ ਜਾਵੇ ਤਾਂ ਕਿ ਉਹ ਵੱਧ ਚੜ੍ਹ ਕੇ ਕੈਨੇਡਾ ਦੀ ਇਕੋਨਮੀ ਦੇ ਵਿੱਚ ਪੈਸਾ ਲੈ ਕੇ ਆਉਣ ਆਪਣੇ ਮੁਲਕਾਂ ਅੱਛਾ, ਤੋਂ। ਮੈਨੂੰ ਲੱਗਦਾ ਕਿ ਸੰਜੀਵ ਜੀ ਸਾਰਿਆਂ ਦਾ ਸੁਪਨਾ ਇਹੀ ਹੁੰਦਾ ਵੀ ਕੈਨੇਡਾ ਜਾਣਾ। ਪੰਜਾਬੀਆਂ ਦਾ ਉਹ ਕਹਿੰਦੇ ਨੇ ਇੱਕੋ ਸੁਪਨਾ, ਉਹ ਵੀ ਟੇਢਾ, ਜਾਣਾ ਕਿੱਥੇ ਕੈਨੇਡਾ। ਤੁਹਾਡਾ ਹੈਗਾ ਸੁਪਨਾ? ਕੈਨੇਡਾ ਜਾਣ ਦਾ ਤਾਂ ਹਾਂ। ਨਹੀਂ ਹੈ, ਵੈਸੇ ਠੀਕ ਹੈ, ਘੁੰਮਣ ਫਿਰਨ ਕਿਤੇ ਵੀ ਜਾਇਆ ਜਾ ਸਕਦਾ, ਪਰ ਸੈਟਲ ਆਪਣਾ ਪੰਜਾਬ ਸਭ ਤੋਂ ਵਧੀਆ। ਅੱਛਾ, ਤੁਸੀਂ ਸੈਟਲ ਪੰਜਾਬ 'ਚ ਹੀ ਹੋਵੋਗੇ। ਜੀ, ਠੀਕ ਹੈ। ਕਾਰਨ ਉਹਦਾ ਇਹ ਹੈ ਜਿਹੜੀਆਂ ਵਰਲਡ ਦੀਆਂ ਇਕੋਨਮੀਜ਼ ਨੇ ਡਾਊਨ ਜਾ ਰਹੀਆਂ ਨੇ, ਮੰਦੀ ਵੱਧਦੀ ਪਈ ਹੈ ਕਿਉਂਕਿ ਕਾਸਟ ਆਫ ਲਿਵਿੰਗ ਬਹੁਤ ਜ਼ਿਆਦਾ ਵੱਧ ਚੁੱਕੀ ਨਹੀਂ ਹੈ। ਦੇਖੋ, ਜੋ ਤੁਸੀਂ ਮਹਿੰਗਾਈ ਡਿਵੈਲਪ ਵੱਧਦੀ ਪਈ ਕੰਟਰੀ ਹੈ। ਦੀ ਗੱਲ ਕਰਦੇ ਆ ਨਾ ਸੰਜੀਵ ਜੀ, ਉੱਥੇ ਜੇ ਲਿਵਿੰਗ ਸਟੈਂਡਰਡ ਹਾਈ ਹੈ ਨਾ ਤੇ ਕਾਸਟ ਆਫ ਲਿਵਿੰਗ ਵੀ ਬਹੁਤ ਹੈ। ਕਾਸਟ ਆਫ ਲਿਵਿੰਗ ਬਹੁਤ ਜ਼ਿਆਦਾ, ਔਰ ਦੂਜੀਆਂ ਜਿਹੜੀਆਂ ਗਵਰਨਮੈਂਟ ਦੀਆਂ ਪਾਲਿਸੀਜ਼ ਨੇ ਆਫਟਰ ਜੋ ਵਾਇਰਸ 19 ਜੀ। ਬਹੁਤ ਜ਼ਿਆਦਾ ਸਖਤ ਹੋ ਚੁੱਕੀਆਂ ਨੇ ਕਿਉਂਕਿ ਉਹਨਾਂ ਨੂੰ ਕਾਫੀ ਹਾਰਡ ਸਟੈਪਸ ਲੈਣੇ ਪਏ ਨੇ। ਬਿਜ਼ਨਸ ਡਾਵਾਂਡੋਲ, ਬਾਹਰੋਂ ਲੇਬਰ ਨਹੀਂ ਆ ਰਹੀ ਜਾਂ ਬਾਹਰੋਂ ਕੰਮ ਕਰਨ ਵਾਲੇ ਵਰਕਰਸ ਨਹੀਂ ਆ ਰਹੇ, ਜੀ। ਠੀਕ ਹੈ, ਔਰ ਆਪਣੇ ਵੀ ਵਰਕਰਸ ਨੂੰ ਕਾਫੀ ਹੱਦ ਤੱਕ ਛਾਂਟੀ ਕਰਨੀ ਪੈ ਰਹੀ ਆ, ਫਲਾਈਟਸ ਨਹੀਂ ਪੂਰੀਆਂ, ਕਮਰਸ਼ੀਅਲ ਯੂਜ਼ ਘੱਟ ਚੁੱਕਾ ਹੈ, ਬਹੁਤ ਕੁਝ ਐਸਾ ਹੈ ਜਿਹਨੇ ਸੈਟਬੈਕ ਮਾਰਿਆ ਹੈ ਇਕੋਨਮੀਜ਼ ਨੂੰ। ਇਸ ਕਰਕੇ ਪਾਲਿਸੀਜ਼ ਉਹਦੇ ਮੁਤਾਬਿਕ ਸਖਤ ਨੇ ਔਰ ਕਈ ਵਾਰ ਉਹ ਬਿਜ਼ਨਸ ਨੂੰ ਸਪੋਰਟ ਨਹੀਂ ਕਰਦੀਆਂ ਜਿਹੜਾ ਸਿਟੀਜ਼ਨਸ ਦਾ ਬਿਜ਼ਨਸ। ਸੋ ਕਈ ਗੱਲਾਂ ਨੇ, ਟੈਕਸ ਕਲੈਕਸ਼ਨਸ ਦੇ ਉੱਤੇ ਵੀ ਉਹਦਾ ਅਸਰ ਪੈਂਦਾ ਹੈ। ਸੋ ਇਹ ਕਾਫੀ ਗੱਲਾਂ ਨੇ ਜਿਹਦੇ ਵਿੱਚ ਯੂਕੇ ਦੀ ਇਕੋਨਮੀ ਦੀ ਗੱਲ ਹੋਈ ਹੈ, ਜਾਪਾਨ ਦੀ ਇਕੋਨਮੀ ਦੀ ਗੱਲ ਹੋਈ, ਸਾਊਥ ਕੋਰੀਆ, ਆਸਟ੍ਰੇਲੀਆ, ਕੈਨੇਡਾ, ਇੱਥੋਂ ਤੱਕ ਕਿ ਅਮਰੀਕਾ ਦੀ ਇਕੋਨਮੀ ਦੀ ਗੱਲ ਹੋ ਰਹੀ ਹੈ ਜੀ। ਕਿ ਇਹ ਮੰਦੀ ਵੱਲ ਵੱਧ ਰਹੀਆਂ ਨੇ ਔਰ ਅਗਲੇ 12 ਮਹੀਨਿਆਂ ਵਿੱਚ ਕੁਝ ਇੱਦਾਂ ਦੇ ਰਿਜ਼ਲਟ ਵੇਖਣ ਨੂੰ ਮਿਲ ਸਕਦੇ ਨੇ। ਇਸ ਕਰਕੇ ਬੀ ਅਲਰਟ, ਇਹ ਖਾਸ ਤੌਰ ਤੇ ਕੌਸ਼ੀਅਸ ਕੀਤਾ ਜਾਂਦਾ ਹੈ ਇਹਨਾਂ ਰਿਪੋਰਟਸ ਦੇ ਮੁਤਾਬਿਕ ਜੋ ਇਕੋਨੋਮਿਸਟ ਬੈਠ ਕੇ ਪੂਰੇ ਵਰਲਡ ਲੈਵਲ ਦੇ ਉੱਤੇ ਡਿਸਕਸ਼ਨਸ ਕਰਦੇ ਨੇ। ਸੋ ਤੁਹਾਡੇ ਕੋਲ ਕੋਈ ਨਿਊਜ਼? ਨਹੀਂ, ਮੈਂ ਅੱਜ ਨਿਊਜ਼ ਤੇ ਮੈਂ ਨਾ ਲਗਾਤਾਰ ਇੱਕ ਨਿਊਜ਼ ਜਿਹੜੀ ਮੈਨੂੰ ਲੱਗਦਾ ਹੁੰਦਾ ਕਿ ਕਨਸਟੈਂਟ ਰਹੀ ਆ ਮਾਨ ਸਰਕਾਰ ਤੋਂ ਬਾਅਦ, ਘੁਟਾਲੇ ਜਿਹੜੇ ਬਾਜ਼ ਨੇ ਉਹਨਾਂ ਨੂੰ ਫੜਨ ਦੀ ਜਿਹੜੀਆਂ ਗੱਲਾਂ ਨੇ ਉਹ ਲਗਾਤਾਰ ਕਨਸਟੈਂਟ ਰਹੀਆਂ ਨੇ। ਪਹਿਲਾਂ ਅਸੀਂ ਗੱਲ ਕਰਦੇ ਹਾਂ ਕਿ ਆਪਾਂ ਵਿਜੇ ਸਿੰਗਲਾ ਤੋਂ ਹੀ ਕਰ ਲਈਏ ਜਿਹੜੇ ਇਹਨਾਂ ਦੇ ਹੈਲਥ ਮਿਨਿਸਟਰ ਸੀਗੇ, ਫਿਰ ਸੰਜੇ ਪੋਪਲੀ ਹੁਣੀ ਆ ਗਏ ਜਿਹੜੇ IAS ਆਫੀਸਰ ਸੀਗੇ, ਹੁਣ 3 ਹੋਰ ਜਿਹੜੇ ਨੇ ਘੁਟਾਲਾ ਕਰਨ ਵਾਲੇ ਜਿਹੜੇ ਪੰਚਾਇਤੀ ਵਿਭਾਗ ਦੇ ਵਿੱਚ ਉਹ ਫੜੇ ਗਏ ਨੇ। ਇੱਕ ਤੋਂ ਜਿਹੜਾ ਆ BDPO ਆ ਔਰ ਇੱਕ ਘੁਟਾਲਾ ਤਕਰੀਬਨ 11 ਕਰੋੜ ਦਾ ਘੁਟਾਲਾ ਆ ਤੇ ਉਹਦਾ ਸੀਨੀਅਰ ਅਸਿਸਟੈਂਟ ਅਕਾਊਂਟੈਂਟ ਵੀ ਆ ਤੇ ਇੱਕ ਹੋਰ ਬੰਦਾ ਨਾਲ ਆ ਜਿਹੜਾ ਇਹ ਮਿਲ ਕੇ ਤਿੰਨੋਂ ਜਿਹੜੇ ਬੰਦੇ ਆ ਨਾਮਜ਼ਦ ਕੀਤੇ ਨੇ। ਤੁਸੀਂ ਦੇਖੋ, ਪੰਚਾਇਤ ਅਸੀਂ ਕਹਿੰਦੇ ਆ ਧੁਰਾ ਆ ਡੈਮੋਕ੍ਰੇਸੀ ਦਾ ਔਰ ਇਹ ਸਭ ਤੋਂ ਹੇਠਲਾ ਟਾਇਰ ਆ ਔਰ ਜਿੰਨਾ ਦੇਖੋ ਨਾ, ਜਿੰਨੀ ਨੀਂਹ ਮਜ਼ਬੂਤ ਹੋਏਗੀ ਉਨਾ ਹੀ ਤੁਹਾਡੇ ਕੋਲੇ ਸਭ ਕੁਝ ਮਜ਼ਬੂਤ ਹੋਏਗਾ। ਪਰ ਭਾਰਤ ਦਾ ਇੱਕ ਸਟਰਕਚਰ ਹੋ ਗਿਆ ਸੰਜੀਵ ਜੀ ਕਿ ਜਿਹੜੀ ਰਿਸ਼ਵਤ ਹੈ ਉਹ ਕਦੀ ਉੱਪਰ ਤੋਂ ਉੱਪਰ ਥੱਲੇ ਤੱਕ ਜਦੋਂ ਤੱਕ ਪਹੁੰਚਦਾ ਆ, ਕੋਈ ਗ੍ਰਾਂਟ ਪਹੁੰਚਦੀ ਹੈ ਜਾਂ ਕੁਝ ਪਹੁੰਚਦਾ, ਉਹ ਚਵਾਨੀ ਕੀ ਹੋ ਜਾਂਦਾ ਕੰਮ। ਇਹ ਚੀਜ਼ਾਂ ਜਿਹੜੀਆਂ ਨੇ ਮੈਨੂੰ ਲੱਗਦਾ ਹੈ ਕਿ ਜੇ ਹੁਣ ਐਦਾਂ ਆਉਂਦੀਆਂ ਨੇ ਸਿਸਟਮ ਦੇ ਵਿੱਚ ਤੇ ਵਾਕਈ ਇਹਨਾਂ ਦਾ ਕੁਝ ਹੱਲ ਵੀ ਲੱਭਿਆ ਜਾਣਾ ਚਾਹੀਦਾ ਹੈ ਕਿਉਂਕਿ ਮੈਨੂੰ ਲੱਗਦਾ ਕੰਨ ਹੋ ਜਾਂਦੇ ਆ, ਹੈ ਨਾ, ਕਿ ਜੇ ਫਲਾਨਾ ਮੰਤਰੀ ਫੜਿਆ ਜਾ ਸਕਦਾ ਤੇ ਸਾਨੂੰ ਵੀ ਫੜਿਆ ਜਾ ਸਕਦਾ, ਜੇ ਐਡਾ ਵੱਡਾ IAS ਆਫੀਸਰ ਫੜਿਆ ਜਾ ਸਕਦਾ, ਜਿਹਦੀ ਸੈਂਟਰ ਕਹਿ ਲਈਏ ਕਿ ਰਿਕਰੂਟਮੈਂਟ ਸੀਗੀ ਉਹਨੂੰ ਫੜਿਆ ਜਾ ਸਕਦਾ। ਤੇ ਇਹ ਚੀਜ਼ਾਂ ਜਿਹੜੀਆਂ ਨੇ ਕਿਤੇ ਨਾ ਕਿਤੇ ਤੁਹਾਨੂੰ, ਤੁਸੀਂ ਤਾਂ ਕਹਿੰਦੇ ਹੁੰਦੇ ਵੀ ਆਪਾਂ ਨੂੰ ਅੱਗੇ ਵਧਣਾ ਚਾਹੀਦਾ, ਵੀ ਇਹਨਾਂ ਵੱਲ ਨਹੀਂ ਜਾਣਾ ਚਾਹੀਦਾ, ਘੁਟਾਲਿਆਂ ਵੱਲ ਦੇਖ ਲਓ, ਹੁਣ ਨਵਾਂ ਨਿੱਤ ਤੀਏ ਦਿਨ ਖੁੱਲ੍ਹ ਜਾਂਦਾ। ਦੇਖੋ, ਮੇਰੀ ਗੱਲ ਇਹ ਆ, ਅੱਗੇ ਵਧਣਾ ਤਾਂ ਚਾਹੀਦਾ ਹੀ ਆ। ਹੁਣ ਇਹ ਘੁਟਾਲਿਆਂ ਨੂੰ ਆਪਾਂ ਠੱਲ ਪਾਉਣ ਵਾਸਤੇ ਆਪਾਂ ਪਹਿਲਾਂ ਵੀ ਕਈ ਵਾਰ ਗੱਲ ਕਰ ਚੁੱਕੇ ਹਾਂ, ਜਿੰਨੀਆਂ ਮਰਜ਼ੀ ਪਾਲਿਸੀਜ਼ ਬਣਾ ਲਓ, ਜਿੰਨੇ ਮਰਜ਼ੀ ਲਾਜ਼ ਬਣਾ ਲਓ, ਪਰ ਜਦੋਂ ਤੱਕ ਨੈਸ਼ਨਲ ਕਰੈਕਟਰ ਨਹੀਂ ਹੈ, ਬੰਦੇ ਨੂੰ ਖੁਦ ਨੂੰ ਸ਼ਰਮ ਨਹੀਂ ਨਾ ਆਉਂਦੀ ਕਿ ਮੈਂ ਕੀ ਹਰਕਤ ਕਰਨ ਲੱਗਾ, ਉਦੋਂ ਤੱਕ ਤੁਸੀਂ ਕੋਈ ਗਰੰਟੀ ਨਹੀਂ ਲੈ ਸਕਦੇ ਕਿਉਂਕਿ ਉਹ ਕੋਈ ਨਾ ਕੋਈ ਰਾਹ ਕੱਢ ਲੈਂਦੇ ਨੇ ਜੀ, ਘੁਟਾਲੇ ਕਰਨ ਦਾ, ਕਰਪਸ਼ਨ ਕਰਨ ਦਾ। ਔਰ ਦੂਜੀ ਗੱਲ ਮਜ਼ੇ ਦੀ ਇਹ ਹੈ ਕਿ ਬਾਕੀਆਂ ਨੂੰ ਵੀ ਨਾਲ ਮਿਲਾ ਲੈਂਦੇ ਨੇ ਜਿਹੜੇ ਛਾਪੇ ਮਾਰਨ ਵਾਸਤੇ ਆਉਂਦੇ ਨੇ। ਮੋਸਟ ਆਫ ਦਾ ਕੇਸਿਸ ਅਸੀਂ ਦੇਖਦੇ ਉਹ ਵੀ ਭਾਈਵਾਲ ਬਣ ਜਾਂਦੇ ਨੇ, ਤੁਹਾਨੂੰ ਵੀ ਇੰਨੀ ਸ਼ੇਅਰਿੰਗ ਕਰਦਾ। ਅੱਛਾ, ਮੈਨੂੰ ਯਾਦ ਆਉਂਦਾ ਵੀ ਜਿੱਦਾਂ ਹੁਣ ਨਾ ਵੀ ਕਈ ਵਾਰੀ ਇੱਦਾਂ ਹੁੰਦਾ ਗੱਡੀ ਇੰਸ਼ੋਰੈਂਸ ਵਾਲੀ ਵੀ ਉਹ ਕਹਿੰਦਾ ਬਾਈ ਇਹਦੀ ਇੰਸ਼ੋਰੈਂਸ ਨਹੀਂ ਮਿਲਣੀ, ਵੀ ਇਹਦਾ ਤਾਂ ਆਹ ਹੋ ਗਿਆ, ਉਹਨੂੰ ਕਹਿੰਦੇ ਭਾਈ ਤੂੰ ਵੀ ਆਪਣਾ ਤੇਲ ਪਾਣੀ ਲੈ ਲਈ, ਸਾਨੂੰ ਇੰਸ਼ੋਰੈਂਸ ਦਵਾ ਦੇ। ਇਹ ਸੇਮ ਤਰੀਕਾ ਜਿਹਾ ਜਿਹੜਾ ਹੈ ਨਾ, ਹਰ ਥਾਂ ਤੇ ਉਹ ਗੱਲਾਂ ਹੁੰਦੀਆਂ। ਹੁਣ ਤੁਸੀਂ ਦੇਖੋ, ਆ ਜ਼ਮੀਨਾਂ ਨੂੰ ਜਿਹੜੀ ਆਪਾਂ ਰਜਿਸਟਰੀਆਂ ਨੂੰ ਲੈ ਕੇ ਆਪਾਂ ਸਾਰੀ ਗੱਲਬਾਤ ਕਰਦੇ ਹਾਂ ਕਿ ਪਟਵਾਰੀਆਂ ਨੂੰ ਲੈ ਕੇ ਗੱਲ ਹੋਈ, ਕਾਨੂੰਗੋ ਨੂੰ ਲੈ ਕੇ ਗੱਲ ਹੋਈ, ਤਾਂ ਉੱਥੇ ਮਾਨ ਸਾਹਿਬ ਨੇ ਕਿਹਾ ਕਿ ਤੁਸੀਂ ਜੀ ਵੀਡੀਓ ਬਣਾ ਕੇ ਭੇਜੋ ਇਸ ਨੰਬਰ ਦੇ ਉੱਤੇ, ਸਾਨੂੰ ਫਾਰਵਰਡ ਕਰੋ, ਅਸੀਂ ਐਕਸ਼ਨ ਲਵਾਂਗੇ। ਪਹਿਲੀ ਗੱਲ ਤਾਂ ਉਹ ਵੀਡੀਓ ਬਣਾਉਣ ਕੌਣ ਦਊਗਾ,
ਦੂਜੀ ਗੱਲ ਮੋਬਾਈਲ ਅੰਦਰ ਕਈ ਵਾਰ ਨਹੀਂ ਵੀ ਲੈ ਕੇ ਲੈ ਕੇ ਸਕਦੇ, ਜਾਣ ਹੀ ਦਿੰਦੇ। ਕੋਈ ਵੀ ਇਦਾਂ ਪਰ ਨਹੀਂ, ਚਲੋ ਉਹਨਾਂ ਨੇ ਕਹਿ ਦਿੱਤਾ ਕਿ ਮੋਬਾਈਲ ਤੁਸੀਂ ਅੰਦਰ ਲੈ ਕੇ ਜਾ ਸਕਦੇ ਆ, ਕੋਈ ਰਿਸਟ੍ਰਿਕਸ਼ਨ ਨਹੀਂ ਹੈਗੀ। ਇੱਕ ਹੋਰ ਇੰਪੋਰਟੈਂਟ ਗੱਲ, ਮੰਨ ਲਓ ਆਪਾਂ ਦੋਵੇਂ ਆ, ਤੁਸੀਂ ਮੈਨੂੰ ਜ਼ਮੀਨ ਵੇਚਣੀ ਹੈ ਤੇ ਮੈਂ ਤੁਹਾਡੇ ਕੋਲੋਂ ਜ਼ਮੀਨ ਖਰੀਦਣੀ ਹੈ, ਜੇ ਆਪਾਂ ਸਹੀ ਮੁੱਲ ਦੱਸਾਂਗੇ ਤੁਹਾਨੂੰ ਵੀ ਟੈਕਸ ਦੇਣਾ ਪਊ, ਮੈਨੂੰ ਵੀ ਟੈਕਸ ਦੇਣਾ ਪਊ, ਸਟੈਂਪ ਪੇਪਰ ਲੱਗ ਜਾਊਗਾ, ਆਪਾਂ ਦੋਵੇਂ ਮਿਊਚੁਅਲ ਅੰਡਰਸਟੈਂਡਿੰਗ ਇੰਨੇ ਦੀ ਰਜਿਸਟਰੀ ਕਰਵਾ ਲੈਂਦੇ ਆ ਘੱਟ ਤੋਂ ਘੱਟ, ਤੇ ਬਾਕੀ ਬਲੈਕ ਮਨੀ ਮੈਂ ਲੈ ਲੈਂਦਾ। ਅੱਛਾ, ਅਸੀਂ ਰਜਿਸਟਰੀ ਸਰਕਾਰੀ ਰੇਟ ਤੇ ਕਰਾਉਨੇ ਆ, ਕੁਝ ਵੀ ਆ ਬਲੈਕ ਮਨੀ ਦੇ ਵਿੱਚ ਆਪਾਂ ਲੈਣ ਦੇਣ ਕਰ ਲੈਂਦੇ ਆ, ਔਰ ਜੋ ਅਸੀਂ ਸ਼ੋਅ ਕਰਦੇ ਆ ਉਹ ਕੁਝ ਹੋਰ ਸ਼ੋਅ ਕਰਦੇ ਆ, ਨਾਲ ਜਿਹੜੇ ਸਾਡੇ ਉਹ ਪਟਵਾਰੀ ਸਾਹਿਬ ਨੇ ਜਾਂ ਜੋ ਵੀ ਕਾਨੂੰਨ ਨੂੰ ਡੀਲ ਕਰਨ ਵਾਲੇ ਲੋਕ ਨੇ, ਉਹ ਬਈ ਖਾਤੇ ਨੂੰ ਡੀਲ ਕਰਨ ਵਾਲੇ ਲੋਕ ਨੇ, ਉਹਨਾਂ ਦਾ ਵੀ ਚਾਹ ਪਾਣੀ ਵਿੱਚ ਹੋ ਗਿਆ। ਤੇ ਹੁਣ ਵੀਡੀਓ ਕਿਹੜੇ ਮੋਏ ਨੇ ਬਣਾਉਣੀ ਹੈ, ਕਿਉਂਕਿ ਆਪ ਤਾਂ ਸਾਰੇ ਮਿਲ ਗਏ ਅਸੀਂ, ਤੇ ਭੇਜਣੀ ਕੀ ਹੈ ਉਹਨਾਂ ਨੂੰ। ਆਹੋ ਇੱਕ ਉਹ ਗੱਲ ਕਹਿੰਦੇ ਹੁੰਦੇ ਨਾ ਵੀ ਜਦੋਂ ਚੋਰ ਤੇ ਕੁੱਤੀ ਰਲ ਜਾਣ ਤਾਂ ਫਿਰ ਕੀ ਆ, ਫਿਰ ਤਾਂ ਚੋਰ ਦਿਨੇ ਦਿਹਾੜੇ ਗੇਟ ਥਾਣੀ ਆ ਜਾਣ, ਛੱਤ ਥਾਣੀ ਆ ਜਾਣ ਚੋਰ, ਤੇ ਫਿਰ ਉਹ ਕੋਈ ਫੈਸਲਾ ਹੀ ਨਹੀਂ ਹੋਣਾ। ਬਿਲਕੁਲ ਇਹ ਸਿਸਟਮ ਸਾਰਾ ਇਦਾਂ ਦਾ ਹੋਇਆ ਹੋਇਆ, ਮਤਲਬ ਸਾਡੇ ਬਜ਼ੁਰਗਾਂ ਵਾਲੀ ਭਾਸ਼ਾ ਹੈ ਜਿਹੜੀ ਮੈਂ ਇਸਤੇਮਾਲ ਕਰ ਲਿਆ। ਵੀਡੀਓ ਕਿਹੜੇ ਮੋਏ ਨੇ ਬਣਾਉਣੀ ਹੈ, ਸਾਰੇ ਮਿਲੇ ਹੋਏ ਆ। ਅੱਛਾ, ਇੱਕ ਆਪਾਂ ਕੱਲ ਹੀ ਗੱਲ ਕਰ ਰਹੇ ਸੀ, ਮੈਨੂੰ ਲੱਗਦਾ ਬਹਿਬਲ ਕਲਾਂ ਤੇ ਕੋਟਕਪੂਰਾ ਦੀ, ਵੀ ਸਮੇਤ ਸੈਣੀ ਹੁਣਾਂ ਨੂੰ ਕਿਉਂ ਨਹੀਂ ਕੀਤਾ ਜਾਂਦਾ ਤਲਬ, ਸਮੇਤ ਸੈਣੀ ਹੁਣਾਂ ਨੂੰ ਤਲਬ ਕਰ ਦਿੱਤਾ। ਹਾਲਾਂਕਿ ਹਾਈ ਕੋਰਟ ਨੇ ਵਿੱਚ ਇਹਨਾਂ ਨੇ ਇੱਕ ਲਾਈ ਸੀ ਅਰਜੀ, ਉਹਦੇ ਤਹਿਤ ਇਹਨਾਂ ਨੂੰ ਜਦੋਂ ਕਿਤੇ ਤਲਬ ਕਰਨਾ ਸੀ ਜਾਂ ਅਰੈਸਟ ਕਰਨਾ ਸੀ ਤੇ ਇਹਨਾਂ ਨੂੰ ਹਫ਼ਤੇ ਦਾ ਨੋਟਿਸ ਕਹਿੰਦੇ ਜੀ ਦੇਣਾ ਪੈਣਾ। ਤੇ ਮੈਂ ਗੱਲ ਕਰਦਾ ਹੁੰਦਾ ਵੀ ਕਿਉਂ ਇਹ ਕਿੱਡੇ ਕੁ VIP ਸੀ ਜਿਹੜਾ ਇਹਨਾਂ ਨੂੰ ਹਫ਼ਤੇ ਦਾ ਨੋਟਿਸ ਦੇਣਾ ਪੈਣਾ। ਫਿਰ ਮੈਨੂੰ ਕਿਸੇ ਨੇ ਸਮਝਾਇਆ ਕਿ ਭਈ ਉੱਚੀਆਂ ਪੋਸਟਾਂ ਜਿਹੜੀਆਂ ਗਵਰਨਰ ਹੁੰਦੇ ਆ ਜਾਂ DGP ਹੁੰਦੇ ਕਿਤੇ, ਇਹਨਾਂ ਨੂੰ ਦੇਣਾ ਹੀ ਪੈਂਦਾ। ਮੈਂ ਕਿਹਾ ਵੀ ਇੱਕ ਹਫ਼ਤੇ 'ਚ ਅਗਲਾ ਹਰ ਕੋਈ ਸੈਟਲਮੈਂਟ ਕਰ ਲਵੇ, ਬਸ ਇਹ ਆ ਜੀ, ਹਰ ਤਰੀਕੇ ਦੀ ਸੈਟਲਮੈਂਟ ਹੋ। ਕਈ ਵਾਰ ਇਹ ਕੰਸੀਡਰ ਕਰਦੇ ਨੇ ਨਾ ਕਿ ਬਿਜ਼ੀ ਪਰਸਨ ਹੈ, ਹਾਈ ਪੋਸਟ ਦੇ ਉੱਤੇ ਹੈ, ਬਿਗ ਸ਼ਾਟ ਆ, ਹੋ ਸਕਦਾ ਕਿਤੇ ਰੁਝੇਵੇਂ ਹੋਣ, ਕਿਤੇ ਅਪਾਇੰਟਮੈਂਟਸ ਹੋਣ, ਤੇ ਵਿੱਚੋਂ ਸਮਾਂ ਕੱਢਣ ਵਾਸਤੇ ਹਫ਼ਤਾ ਦੇ ਦਿਓ। ਬਟ ਤੁਹਾਡੀ ਗੱਲ ਵੀ ਠੀਕ ਹੈ, ਕਿਉਂਕਿ ਐਡਾ ਅਸਲ ਰਸੂਖ ਵਾਲਾ ਬੰਦਾ ਹੋਏਗਾ, ਪਾਵਰਫੁਲ ਬੰਦਾ ਹੋਏਗਾ, ਤਾਂ ਕੁਝ ਨਾ ਕੁਝ ਛੇੜਖਾਨੀ। ਅੱਛਾ, ਤੁਹਾਨੂੰ ਇਹ ਵੀ ਗੱਲ ਯਾਦ ਹੋਣੀ ਹੈ, ਭਗੌੜਾ ਵੀ ਕਰਾਰ ਦਿੱਤਾ ਸੀਗਾ ਜਿਹੜਾ ਬੰਦਾ DGP ਰਹਿ ਗਿਆ ਪੰਜਾਬ ਦਾ, ਜਿਹਦੇ ਕੋਲ ਜਿੱਡ ਸਿਕਿਉਰਿਟੀ ਆ, ਗੱਡੀਆਂ ਪੰਜਾਬ ਸਰਕਾਰ ਦੀਆਂ, ਉਹ ਬੰਦਾ ਕਿਵੇਂ ਭਗੌੜਾ ਹੋ ਸਕਦਾ? ਮੈਨੂੰ ਤਾਂ ਇਹ ਨਹੀਂ ਸਮਝ ਆਉਂਦੀ ਸੀ ਉਸ ਸਮੇਂ। ਇਹਦੇ ਉੱਤੇ PhD ਕਰਦੇ ਵਾਕਈ। ਫਿਲਹਾਲ ਸਮੇਤ ਸੈਣੀ ਹੁਣਾਂ ਨੂੰ ਬਹਿਬਲ ਕਲਾਂ ਤੇ ਕੋਟਕਪੂਰਾ ਗੋਲੀकांड ਦੇ ਲਈ ਇਹਨਾਂ ਤੋਂ ਪੁੱਛਗਿੱਛ ਕੀਤੀ ਜਾਣੀ ਹੈ, ਇਹਨਾਂ ਨੂੰ ਤਲਬ ਕਰ ਲਿਆ ਗਿਆ ਆ, ਔਰ ਇਹ ਬਹੁਤ ਚੰਗੀ ਗੱਲ ਹੈ ਕਿਉਂਕਿ ਇਹ ਮੌਕੇ ਤੇ DGP ਸੀਗੇ। ਔਰ ਆਪਾਂ ਕਹਿੰਦੇ ਜ਼ਿੰਮੇਵਾਰੀ ਕਿਸੇ ਦੀ ਤਾਂ ਫਿਰ ਬਣਦੀ ਹੈ, ਜਾਂ ਤਾਂ ਫਿਰ ਹੋਮ ਮਿਨਿਸਟਰ ਲੈ ਲਵੇ ਜਾਂ ਫਿਰ DGP ਲੈ ਲਵੇ। ਬਈ ਕਿਸੇ ਨੇ ਤਾਂ ਗੋਲੀ ਦਾ ਜਿਹੜਾ ਆਰਡਰ ਹੈ ਉਸ ਸਮੇਂ ਦਿੱਤਾ ਹੀ ਆ, ਜਾਂ ਫਿਰ ਕਿਸੇ ਬੱਕਰੇ ਨੂੰ ਬਲੀ ਵਾਂਗੂ ਕਰ ਲਓ। ਅੱਗੇ ਵੀ ਬਣਾਇਆ ਸੀ ਤੁਸੀਂ ਵੀ ਕੇਸ ਨੂੰ ਕਿਸੇ ਪਾਸੇ ਤਾਂ ਲਾਉਣਾ ਹੀ ਆ, ਵੀ ਹੁਣ ਤੁਸੀਂ ਬਲੀ ਵਾਲਾ ਬੱਕਰਾ ਬਣਾ ਲਓ। ਜਿਵੇਂ ਅਸੀਂ ਉਹ ਕਹਿੰਦੇ ਸੀ ਵੀ ਕੱਲ ਜਿਹੜੇ ਕਹਿੰਦੇ ਵੀ ਪਰਸੋਂ ਬੜਾ ਵੱਡਾ ਫੈਸਲਾ ਆ ਗਿਆ ਮਲੋਕੇ ਤੋਂ, ਮੋਗੇ ਦੇ ਮਲੋਕੇ ਤੋਂ 3 ਫੜ ਲਏ ਜੀ ਡੇਰਾ ਪ੍ਰੇਮੀ, ਵੀ ਜੇ ਉਹਨਾਂ ਨੂੰ ਫੜਨਾ ਸੀ ਤਾਂ ਫਿਰ ਤੁਸੀਂ ਪਹਿਲਾਂ ਹੀ ਫੜ ਲੈਂਦੇ ਹੈ। ਹਲੇ ਉਹਨਾਂ ਦੇ ਵਿੱਚੋਂ ਵੀ 2 ਕਹਿੰਦੇ ਜੀ ਫਰਾਰ ਆ, 2 ਫਰਾਰ ਨੇ ਔਰ 3 ਨੂੰ ਸਜ਼ਾ ਹੈ। ਪਰ ਇੱਕ ਚੀਜ਼ ਹੋਰ ਵੀ ਹੈ, ਜਦੋਂ ਆਪਾਂ ਗੱਲ ਕਰਦੇ ਹਾਂ ਨਾ ਕਿ ਬੇਅਦਬੀ ਮਾਮਲੇ ਦੀ ਗੱਲ ਹੁੰਦੀ ਹੈ ਜੀ, ਤੇ ਖੈਰ ਸਜ਼ਾ ਵੀ ਹੋਈ ਆ, ਬਟ SGPC ਦੇ ਜੋ ਪ੍ਰਧਾਨ ਨੇ ਧਾਮੀ ਸਾਹਿਬ, ਉਹ ਕਹਿੰਦੇ ਨੇ ਜੋ ਇੱਦਾਂ ਦੀਆਂ ਹਰਕਤਾਂ ਨੇ, ਜੋ ਇੱਦਾਂ ਦੇ ਪਾਪ ਕੀਤੇ ਜਾਂਦੇ ਨੇ, ਮਤਲਬ ਗੁਰੂ ਗ੍ਰੰਥ ਸਾਹਿਬ ਦੇ ਸਵਰੂਪ ਦੇ ਨਾਲ, ਤਾਂ ਇਹਨਾਂ ਲੋਕਾਂ ਨੂੰ ਕਾਨੂੰਨ ਵੱਲੋਂ ਨਾ ਉਮਰ ਕੈਦ ਹੋਣੀ ਚਾਹੀਦੀ ਹੈ, ਤਾਂ ਕਿ ਅੱਗੇ ਤੋਂ ਕੰਨ ਹੋ ਜਾਣ, ਅੱਗੇ ਤੋਂ ਨਸੀਹਤ ਆ ਜਾਵੇ ਕਿ ਇਹੋ ਜਿਹੀ ਹਰਕਤਾਂ ਨਾ ਕਰੋ। ਖੈਰ ਉਹਨਾਂ ਦੇ ਆਪਣੇ ਵਿਚਾਰ ਨੇ, ਉਹ ਵੀ ਐਡਵੋਕੇਟ ਨੇ ਬਾਈ ਪ੍ਰੋਫੈਸ਼ਨ ਲਾਅ। ਪਰ ਪਤਾ ਗੱਲ ਕੀ ਆ ਸੰਜੀਵ ਜੀ, ਫਿਰ ਅਸੀਂ ਮੇਨ ਸਟ੍ਰੀਮ ਦੇ ਵਿੱਚ ਨਹੀਂ ਨਾ ਲੈ ਕੇ ਆ ਸਕਦੇ। ਬਿਲਕੁਲ ਸਹੀ ਗੱਲ ਆ, ਪਰ ਮੈਂ ਉਹੀ ਗੱਲ ਕਹਿ ਰਿਹਾ, ਦੇਖੋ ਇਨਸਾਫ ਮਿਲਣਾ ਚਾਹੀਦਾ, ਇੱਕ ਸੁਸਾਇਟੀ 'ਚ ਬੈਲੈਂਸ ਹੋਣਾ ਚਾਹੀਦਾ ਚੀਜ਼ਾਂ ਦਾ। ਤੁਸੀਂ ਕੱਲ ਇਹੀ ਗੱਲ ਕਰਦੇ ਸੀ ਵੀ ਆਮ ਬੰਦਾ ਨਹੀਂ ਕਰਦਾ, ਆਮ ਬੰਦੇ ਤੋਂ ਡਰ ਹੀ ਬਹੁਤ ਆ ਰੱਬ ਦਾ। ਬਿਲਕੁਲ ਹੈ ਨਾ, ਵੀ ਜਾਂ ਤਾਂ ਬੰਦੇ ਦੇ ਹਾਲਾਤ ਇਦਾਂ ਦੇ ਹੁੰਦੇ ਜਿਹਨਾਂ ਵਿਚਾਰਿਆਂ ਤੋਂ ਵੀ ਕਹਿ ਲਓ ਕਰਵਾਇਆ ਜਾਂਦਾ ਆ, ਜਾਂ ਫਿਰ ਉਹ ਬੰਦੇ ਦਾ ਰਸੂਖ ਹੀ ਬਹੁਤ ਤਕੜਾ ਹੁੰਦਾ, ਉਹਨੂੰ ਪਰਵਾਹ ਹੀ ਨਹੀਂ ਕਿਸੇ ਚੀਜ਼ ਦੀ। ਕਿਉਂਕਿ ਕਹਿੰਦੇ ਨੇ ਕਿ ਗਰੀਬ ਤਾਂ ਸਾਰੀ ਉਮਰ ਰੱਬ ਤੋਂ ਡਰਦਾ ਹੀ ਰਹਿੰਦਾ। ਸਾਨੂੰ ਕਦੇ ਇਹ ਥੋੜ੍ਹੀ ਕਿਹਾ ਵੀ ਬਾਬਾ ਅੱਗੇ ਜਾ ਕੇ ਸ਼ੁਕਰ ਕਰਿਆ ਕਰੋ। ਇਹ ਇੱਕ ਚੀਜ਼ ਆ, ਅਸੀਂ ਕਹਿੰਦੇ ਨਹੀਂ ਵੀ ਫਲਾਣੇ ਬਾਬੇ ਦੀ ਦੇਗ ਨਹੀਂ ਦਿੱਤੀ ਤੇ ਰਾਤ ਨੂੰ ਬਾਬਾ ਆ ਜੂ, ਨਹੀਂ ਤੇ ਬਾਬਾ ਇੱਥੇ ਮੰਦਿਰ ਨਿਕਲਿਆ ਮੱਥਾ ਨਹੀਂ ਟੇਕਿਆ ਤੇ ਆ ਹੋ ਜੂ। ਇੱਕ ਡਰ ਖੌਫ ਪੈਦਾ ਕੀਤਾ ਹੋਇਆ ਆਮ ਬੰਦੇ ਦੇ ਵਿੱਚ। ਉਹ ਵੀ ਗੱਲ ਹੈ ਤੁਹਾਡੀ ਦਰੁਸਤ, ਬਟ ਇੱਕ ਗੱਲ ਆਮ ਹੈ ਕਿ ਸਾਡੇ ਸਾਰਿਆਂ ਦੇ ਅੰਦਰ ਜੋ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਪ੍ਰਤੀ ਸਾਡੀ ਸ਼ਰਧਾ ਹੈ, ਅਸੀਂ ਇੱਜ਼ਤ ਦਿੰਦੇ ਹਾਂ ਅੰਦਰੋਂ, ਜੋ ਸਾਡਾ ਪ੍ਰੇਮ ਹੈ ਅੰਦਰੋਂ, ਉਹ ਸਭ ਨੂੰ ਪਤਾ ਹੈ, ਜਗ ਜ਼ਾਹਿਰ ਹੈ। ਅਸੀਂ ਕੋਈ ਇਦਾਂ ਦਾ ਸਟੈਪ ਉਹੀ ਮੈਂ ਕਹਿ ਰਿਹਾ ਵੀ ਜਿਹਦਾ ਵਿੱਚ ਆਪਾਂ ਕਹਿ ਲਈ ਮੰਨ ਲਈਏ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਉਹ ਯਕੀਨ ਨਹੀਂ ਕਰਦਾ, ਕਿਸੇ ਹੋਰ ਧਰਮ ਦੇ ਵਿੱਚ ਉਹ ਯਕੀਨ ਕਰਦਾ। ਪੰਜਾਬ ਦੇ ਵਿੱਚ ਅਕਸਰ ਇਦਾਂ ਦੇ ਹੁੰਦੇ ਆ ਜੀ, ਫਲਾਨੀ ਮਸਜਿਦ ਦੇ ਉੱਤੇ ਚੋਰੀ ਕਰਨ ਗਿਆ ਤੇ ਅੰਨਾ ਹੋ ਕੇ ਚੋਰ ਆ ਗਿਆ, ਫਲਾਣੇ ਮੰਦਿਰ 'ਚ ਵੜਿਆ ਸੀ ਚੋਰ ਜੀ, ਗੋਲਕ ਭੰਨਣ ਦੀ ਕੋਸ਼ਿਸ਼ ਕੀਤੀ ਤੇ ਉਹ ਪਾਗਲ ਹੋ ਗਿਆ। ਇਹ ਇੱਕ ਆਮ ਪ੍ਰਚਲਿਤ ਕਹਾਣੀਆਂ ਆ ਜਿਹਨੂੰ ਅਸੀਂ ਕਹਿੰਦੇ ਲੋਕ ਕਹਾਣੀਆਂ। ਤੇ ਜਦੋਂ ਲੋਕ ਕਹਾਣੀਆਂ ਇਦਾਂ ਦੀਆਂ ਸੁਸਾਇਟੀ ਦੇ ਵਿੱਚ ਹੋਣ ਨਾ, ਤਾਂ ਬੰਦਾ ਡਰਦਾ ਵੀ ਨਹੀਂ ਫਲਾਣੇ ਥਾਂ ਨਹੀਂ ਕਰਨਾ। ਸਾਨੂੰ ਤਾਂ ਕਈ ਵਾਰੀ ਇਹ ਵੀ ਕਹਿੰਦੇ ਵੀ ਜੇ ਤੁਸੀਂ ਯੂਰੇਨੇਟ ਮੰਦਿਰ ਸਾਹਮਣੇ ਕਰਤਾ ਜਾਂ ਗੁਰਦੁਆਰੇ ਸਾਹਮਣੇ ਕਰ ਦਿੱਤਾ ਤਾਂ ਤੁਹਾਨੂੰ ਪਾਪ ਲੱਗਣਾ। ਇਹ ਛੋਟੇ ਹੁੰਦੇ ਤੁਸੀਂ ਵੀ ਗੱਲ ਸੁਣੀ ਆ। ਤੇ ਫਿਰ ਉਹੀ ਗੱਲ ਆ ਨਾ ਕਿ ਆਮ ਬੰਦੇ ਦੇ ਵਿੱਚ ਤਾਂ ਬਈ ਐਡੀ ਉਹਦੀ ਧਾਰਨਾ ਬਣਾ ਰੱਖੀ ਆ, ਐਡੀ ਮਹਾਨਤਾ ਬਣਾ ਰੱਖੀ ਆ
ਕਿਉਂਕਿ ਕਰਾਮਾਤ ਦੇ ਨਾਲ ਅਸੀਂ ਹਮੇਸ਼ਾ ਜੋੜਦੇ ਹਾਂ, ਹਨਾ। ਤੇ ਉਹ ਕਰਾਮਾਤੀ ਜਿਹੜੀ ਇੱਕ ਪ੍ਰਵਿਰਤੀ ਹੈ, ਉਹ ਤੋਂ ਅਸੀਂ ਡਰਦੇ ਹਾਂ ਵੀ ਕਰਾਮਾਤ ਹੋ ਗਈ, ਉਹਦੇ ਵਿੱਚ ਬਾਬੇ ਦੀ ਕਰਾਮਾਤ ਆ, ਜੇ ਕਿਤੇ ਹੋ ਗਈ ਤਾਂ ਸਾਡਾ ਤਾਂ ਕੱਖ ਨਹੀਂ ਬਚਣਾ। ਸੋ ਆਮ ਬੰਦਾ ਨਹੀਂ ਕਰ ਸਕਦਾ, ਇਹ ਉਹੀ ਬੰਦਾ ਕਰ ਸਕਦਾ ਜਿਹਨੂੰ ਸ਼ੈ ਆ, ਜਾਂ ਫਿਰ ਉਹ ਬੰਦੇ ਦੀ ਕੋਈ ਵੱਡੀ ਮਜਬੂਰੀ ਹੈ। ਆਮ ਬੰਦੇ ਦੀਆਂ ਲੋੜਾਂ ਨਾ ਬਹੁਤ ਜ਼ਿਆਦਾ ਨੇ। ਉਹ ਜਾ ਕੇ ਜਦੋਂ ਵੀ ਕਰੂਗਾ ਅਰਦਾਸ ਕਰੂਗਾ ਔਰ ਕਹੂਗਾ ਕਿ ਮੈਨੂੰ ਆਹ ਚਾਹੀਦਾ, ਮੈਨੂੰ ਆਹ ਚਾਹੀਦਾ, ਮੈਨੂੰ ਆਹ ਚਾਹੀਦਾ, ਉਹਦੀ ਤਾਂ ਲਿਸਟ ਹੀ ਬੜੀ ਲੰਬੀ ਲਿਸਟ ਹੁੰਦੀ ਬਹੁਤ ਹੈ। ਲੰਬੀ ਹੈ। ਜਦੋਂ ਬਾਬਾ ਜੀ ਕੋਲ ਜਾ ਕੇ ਅਰਦਾਸ ਕਰਦਾ ਤਾਂ ਕੋਈ ਨਾ ਕੋਈ ਮਨੋਕਾਮਨਾ ਅੰਦਰ ਲੈ ਕੇ ਜਾਂਦਾ, ਬਾਬਾ ਜੀ ਆਹ ਦੇ ਦਿਓ ਮੈਨੂੰ। ਸੋ ਆਮ ਲੋਕ ਇਹੋ ਜਿਹੇ ਕੰਮ ਨਹੀਂ ਕਰਦੇ ਹੁੰਦੇ। ਇਹ ਸ਼ੈਤਾਨੀ ਦਿਮਾਗ ਨੇ, ਜਾਂ ਉਹ ਸ਼ੈਤਾਨ ਜਿਹੜੇ ਆਮ ਲੋਕਾਂ ਨੂੰ ਭਰਮਾ ਕੇ, ਪੈਸੇ ਦਾ ਲਾਲਚ ਦੇ ਕੇ, ਕਿਸੇ ਵੀ ਲਾਲਚ ਦੇ ਵਿੱਚ ਫਸਾ ਕੇ ਉਹਨਾਂ ਕੋਲ ਇਹੋ ਜਿਹੇ ਕੰਮ ਕਰਵਾਉਂਦੇ ਨੇ। ਇਹ ਸ਼ੈਤਾਨਾਂ ਦੇ ਕੰਮ ਨੇ, ਇਨਸਾਨਾਂ ਦੇ ਕੰਮ ਨਹੀਂ ਹੈਗੇ। ਸੋ ਭਗਵੰਤ ਮਾਨ ਸਾਹਿਬ ਦੇ ਮਾਤਾ ਜੀ ਵੀ ਗਏ ਨੇ, ਉਹਨਾਂ ਦੇ ਵਿਆਹ ਤੋਂ ਬਾਅਦ ਨਤਮਸਤਕ ਹੋਏ ਨੇ। ਅੱਜ ਜਾ ਕੇ ਸ਼੍ਰੀ ਹਰਿਮੰਦਰ ਸਾਹਿਬ ਦੇਖੋ ਬਥੇਰੀਆਂ ਸੁੱਖਾਂ ਸੁੱਖੀਆਂ ਹੁੰਦੀਆਂ। ਹਾਂਜੀ, ਪਹਿਲਾਂ ਜਦੋਂ ਉਹ ਬਣੇ ਸੀਗੇ, ਸੀਐਮ ਬਣੇ ਸੀਗੇ, ਉਦੋਂ ਵੀ ਸੁੱਖਾਂ ਲਾਈਆਂ ਹੋਣੀਆਂ। ਮਾਂ ਦਾ ਰਿਸ਼ਤਾ ਹੀ ਇੱਦਾਂ ਸੰਜੀਵ ਜੀ। ਤੇ ਹੁਣ ਤੁਹਾਡੀ ਮਾਂ ਵੀ ਕਿਤੇ ਸੁੱਖਾਂ ਸੁੱਖਦੀ ਹੋਣੀ ਵੀ ਸੰਜੀਵ ਭਾਅ ਨੂੰ ਕਿਤੇ ਚੰਗੀ ਨੌਕਰੀ ਮਿਲ ਜਾਵੇ, ਕੈਮਰੇ ਮੂਹਰੇ ਬਹਿ ਜਾਵੇ, ਗੱਲਾਂ ਕਰੇ, ਤੇ ਮੇਰੀ ਵਾਲੀ ਵੀ ਇੱਦਾਂ ਹੀ ਕਰਦੇ ਹੋਣੀ ਆ। ਮਤਲਬ ਮਾਤਾ ਤੇ ਮਤਲਬ ਜੇ ਅਸੀਂ ਕਹੀਏ ਕਿ ਮਾਂ ਜਿਹੜੀ ਆ ਉਹ ਤੇ ਨਾ ਰੱਬ ਦਾ ਦੂਸਰਾ ਰੂਪ ਹੀ ਆ। ਕਹਿੰਦੇ ਨਹੀਂ ਵੀ ਮਾਂ ਦੇ ਪਿਆਰ ਨੂੰ ਹੀ ਵੱਖਰਾ ਨਾਂ ਦਿੱਤਾ ਜਾਂਦਾ ਦੁਨੀਆ ਦੇ ਉੱਤੇ, ਵੀ ਮਮਤਾ ਮਾਂ ਦੇ ਪਿਆਰ ਨੂੰ ਕਦੇ ਬਾਪ ਦੇ ਪਿਆਰ ਨੂੰ ਸੁਣਿਆ ਕੋਈ ਵੱਖਰਾ ਨਾਂ ਦਿੱਤਾ, ਕਦੀ ਕਿਸੇ ਹੋਰ ਦੇ ਪਿਆਰ ਨੂੰ, ਜਾਂ ਤੁਸੀਂ ਜਿਹੜੇ ਕਿ ਤੁਹਾਡਾ ਕੋਈ ਲਵਰ ਸੋ ਕਾਲਡ ਅੱਜ ਕੱਲ੍ਹ ਹੁੰਦੇ ਆ, ਉਹਦੇ ਕਿਸੇ ਪਿਆਰ ਨੂੰ ਅਸੀਂ ਵੱਖਰਾ ਨਾਮ ਦਿੰਦੇ ਆ। ਮਮਤਾ ਜਿਹੜਾ ਨਾਮ ਮਿਲਿਆ ਆ ਉਹ ਮਾਂ ਦੇ ਪਿਆਰ ਨੂੰ ਮਿਲਿਆ, ਤੇ ਮਾਂ ਹੀ ਕਹਿੰਦੇ ਨੇ ਕਿ ਰੱਬ ਹਰ ਜਗ੍ਹਾ ਨਹੀਂ ਹੋ ਸਕਦਾ, ਇਸ ਕਰਕੇ ਮਾਂ ਆ। ਵੱਡੇ ਵੱਡੇ ਪੀਰਾਂ ਪੈਗੰਬਰਾਂ ਨੂੰ ਮਾਂ ਹੀ ਜਨਮ ਦਿੰਦੀ ਆ। ਤੇ ਉਹ ਕਿਤੇ ਨਾ ਕਿਤੇ, ਉਹ ਮੇਰੀ ਮੰਮੀ ਤਾਂ ਅਕਸਰ ਕਹਿੰਦੀ ਹੁੰਦੀ ਵੀ ਮੌਤ ਦਾ ਸਰਾਣਾ ਰੱਖਿਆ ਹੁੰਦਾ ਜਦੋਂ ਕੋਈ ਨਿਆਣਾ ਜੰਮਦੀ ਆ ਮਾਂ, ਤੇ ਉਹ ਮਾਂ ਵੀ ਨਾਲ ਹੀ ਜੰਮਦੀ ਹੈ, ਕਿਉਂਕਿ ਦੂਜਾ ਜਨਮ ਹੈ ਮਾਂ ਦਾ ਜਦੋਂ ਬੱਚੇ ਨੂੰ ਜਨਮ ਦਿੰਦੀ ਆ। ਤਾਂ ਉਹ ਦੇ ਨਹੀਂ ਸਕਦੇ। ਤਾਂ ਫਿਰ ਉਹ ਇਹ ਮਾਂ ਪੇ ਵਾਲਾ ਜਿਹੜਾ ਮਾਂ ਵਾਲਾ ਰਿਸ਼ਤਾ ਆ, ਉਹ ਸੀਐਮ ਹੋਣ ਜਾਵੇ, ਚਾਹੇ ਉਹ 40 ਸਾਲਾਂ ਦਾ ਸੀਐਮ ਹੋਵੇ, 48 ਸਾਲਾਂ ਦਾ ਸੀਐਮ ਹੋਵੇ, ਮਾਂ ਤੇ ਉਦਾਂ ਦੀ ਹੈ ਨਾ। ਸ਼ਬਦ ਖਤਮ ਹੋ ਜਾਣਗੇ ਸਾਡੇ ਕੋਲ, ਮਾਂ ਦੀ ਪ੍ਰਸ਼ੰਸਾ ਖਤਮ ਨਹੀਂ ਹੋਣੀ। ਹਾਂਜੀ, ਆਪਾਂ ਅੱਗੇ ਵਧੀਏ। ਹੁਣ ਅਗਲਾ ਤੁਹਾਡੇ ਕੋਲ ਕੀ ਨਿਊਜ਼ ਆ? ਮੇਰੇ ਕੋਲੇ 2 ਨਿਊਜ਼ ਨੇ। ਇੱਕ ਤਾਂ ਪੰਜਾਬ ਦੇ ਵਿੱਚ 26 IPS ਆਫਿਸਰ ਲਾਏ ਆ ਨਵੇਂ। ਹਾਂਜੀ, ਮਤਲਬ ਉਹਨਾਂ ਨੂੰ ਕਹਿ ਦਿੱਤਾ ਵੀ ਮੁਸ਼ਤੈਦੀ ਦੇ ਨਾਲ ਤੁਸੀਂ ਕੰਮ ਕਰਨਾ, ਲਾਅ ਐਂਡ ਆਰਡਰ ਜਿਹੜਾ ਬਰਕਰਾਰ ਰੱਖਣਾ ਹੈ। ਦੂਸਰੀ ਖਬਰ ਮੈਂ ਅੱਜ ਨਾ ਇੱਕ ਸਪੀਚ ਜਿਹੜੀ ਆ ਦੁਬਾਰਾ ਤੋਂ ਬਲਕੌਰ ਸਿੰਘ ਹੁਣਾਂ ਦੀ, ਯਾਨੀ ਕਿ ਮਰਹੂਮ ਗਾਇਕ ਸਿੱਧੂ ਮੂਸੇ ਹੁਣਾਂ ਵਾਲੇ ਦੇ ਵਾਲਾ ਜਿਹੜਾ ਉਹਦੇ ਪਿਤਾ ਜੀ ਦੀ ਇੱਕ ਹੋਰ ਸਪੀਚ ਸਾਹਮਣੇ ਆਉਂਦੀ ਆ। ਉਹੀ ਗੱਲਾਂ ਸੰਜੀਵ ਜੀ ਜਿਹੜੀਆਂ ਆਪਾਂ ਅਕਸਰ ਇੱਥੇ ਬਹਿ ਕੇ ਕਰਦੇ ਆ। ਉਹ ਕਹਿੰਦੇ ਜੀ ਆਹ ਜਿਹੜੀਆਂ ਚੀਜ਼ਾਂ ਤੁਸੀਂ ਮੁਫਤ ਤੁਹਾਨੂੰ ਗਵਰਨਮੈਂਟ ਦਿੰਦੀ ਆ ਨਾ, ਇਹਦੇ ਤੋਂ ਕਿਨਾਰਾ ਕਰ ਲਓ, ਆਪਦੇ ਜਵਾਕਾਂ ਨੂੰ ਰੋਟੀ ਲਵਾ ਲਓ, ਰੋਜ਼ੀ ਲਵਾ ਲਓ ਉਹਨਾਂ ਦੀ, ਨਹੀਂ ਤੇ ਪੰਜਾਬ ਨਹੀਂ ਬਚਣਾ। ਗੱਲ ਵੈਸੇ ਕੇ ਵੀ ਸਹੀ ਆ। ਕਹਿੰਦੇ ਨੇ ਵੀ ਜਦੋਂ ਵੀ ਮੀਮਸ ਜੇ ਬਣਦੇ ਆ, ਉਹ ਸਭ ਕੁਝ ਦੱਸ ਦਿੰਦੇ ਆ ਵੀ ਕਹਿੰਦੇ ਮੁੰਡਾ ਕੀ ਕਰਦਾ, ਕਹਿੰਦੇ ਕੁਛ ਨਹੀਂ ਜੀ, 4 ਬੋਰੀਆਂ ਫਲਾਣੇ ਆਟੇ ਦੀਆਂ ਆ ਜਾਂਦੀਆਂ ਆ, ਦਾਲ ਦੀ ਆਉਂਦੀ ਆ, ਤੇ ਮੁੰਡੇ ਨੂੰ ਅੱਜ ਕੱਲ੍ਹ ਅਗਨੀਪਥ ਵਾਲਾ ਵੀ ਸਕੀਮ ਜਿਹੜੀ ਆ ਉਹ 'ਚ ਉਹ ਦਾਖਲ ਨਹੀਂ ਹੋਇਆ, ਹੁਣ ਉਹ ਕਹਿੰਦੇ ਭੱਤਾ ਮਿਲ ਜਾਣਾ ਆ। ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਨਾ, ਇਹ ਕਿਤੇ ਨਾ ਕਿਤੇ ਸਾਨੂੰ ਕਿਤੇ ਹੋਰ ਜਗ੍ਹਾ ਲੈ ਆਉਂਦੀ ਹੈ, ਨਿਕੰਮਾ ਕਰ ਦਿੰਦੀਆਂ। ਆਪਾਂ ਅਕਸਰ ਕਹਿੰਦੇ ਹਾਂ ਕਿ ਮੱਛੀ ਜਿਹੜੀ ਆ ਨਾ, ਉਹ ਫੜਨੀ ਆ ਜਾਵੇ ਤਾਂ ਸਾਰੀ ਉਮਰ ਦੀ ਰੋਜੀ ਰੋਟੀ ਹੁੰਦੀ ਆ। ਬਾਹਰਲੇ ਮੁਲਕ, ਕੈਨੇਡੀਅਨ ਮੁਲਕਾਂ, ਅੰਗਰੇਜ਼ੀ ਦੁਨੀਆ ਦੇ ਮੁਲਕਾਂ ਦੇ ਵਿੱਚ ਇਹ ਕਹਾਵਤ ਆ ਕਿ ਮੱਛੀ ਫੜਨੀ ਸਿਖਾ ਦਿਓ, ਨਾ ਕਿ ਤੁਸੀਂ ਮੱਛੀ ਫੜ ਕੇ ਉਹਦੀ ਪਲੇਟ 'ਚ ਰੱਖ ਦਿਓ, ਕਿਉਂਕਿ ਗੁਣ ਸਿਖਾਓਗੇ ਤੇ ਉਹ ਗੁਣ ਜਿਹੜਾ ਸਾਰੀ ਉਮਰ ਨਾਲ ਰਹੂਗਾ। ਪਰ ਜੋ ਪੰਜਾਬ ਦੇ ਹਾਲਾਤ ਹੋ ਗਏ ਨੇ, ਭਾਰਤ ਦੇ ਹਾਲਾਤ ਹੋ ਗਏ ਨੇ ਨਾ, ਇਹ ਹੈ ਕਿ ਅਸੀਂ ਸਾਡੇ ਨਾ ਫ੍ਰੀ ਬੀਜ਼ ਬਹੁਤ ਦਿੱਤੀਆਂ ਜਾਂਦੀਆਂ। ਸਾਡੀਆਂ ਕੁੜੀਆਂ ਨੂੰ ਕਹਿੰਦੇ 1000 ਦੇ ਦੋਗੇ, ਬਈ ਅਸੀਂ ਮੰਗਦੇ ਹਾਂ 1000, ਤੁਸੀਂ ਕਿਉਂ ਦੋਗੇ? ਵਾਧੂ ਦਾ ਖਜ਼ਾਨਾ, ਸਾਡੀਆਂ ਕੁੜੀਆਂ ਨੌਕਰੀ ਕਰਦੀਆਂ, ਪੜ੍ਹਾਓ ਤੁਸੀਂ। ਆਪਾਂ 10ਵੀਂ ਦੇ ਰਿਜ਼ਲਟ ਦੀ ਗੱਲ ਕੀਤੀ, ਆਪਾਂ 12ਵੀਂ ਦੇ ਰਿਜ਼ਲਟ ਦੀ ਗੱਲ ਕੀਤੀ, ਕਿੰਨੀਆਂ ਨਾਮਵਰ ਕੁੜੀਆਂ ਜਿਨ੍ਹਾਂ ਨੇ ਉਹ ਪ੍ਰਤੀਸ਼ਤ ਦੇਖ ਲਈਏ, ਮੈਜੋਰਿਟੀ ਪ੍ਰਤੀਸ਼ਤ ਦੇਖ ਲਈਏ ਤਾਂ ਕੁੜੀਆਂ ਬਹੁਤ ਅੱਗੇ ਨੇ। ਅਗਨੀਪਥ ਦੇ ਵਿੱਚ ਜ਼ਿਆਦਾ ਐਪਲੀਕੇਸ਼ਨਸ ਕੁੜੀਆਂ ਦੀਆਂ ਆਈਆਂ, ਤਾਂ ਤੁਸੀਂ ਕੁੜੀਆਂ ਨੂੰ ਰੋਜੀ ਦਿਓ, ਰੋਟੀ ਦਿਓ। ਤੁਸੀਂ 24-25 ਹਜ਼ਾਰ ਚਲੋ ਇਨੀਸ਼ੀਅਲ ਲੱਗਦਾ, ਤੇ ਕੋਈ ਕਿਸੇ ਦਾ 4000 ਬਿੱਲ ਵੀ ਆ ਜਾਵੇ, ਚੱਲ ਗਰਮੀਆਂ ਦੇ ਵਿੱਚ ਏਸੀ ਥੱਲੇ ਬੈਠਣ ਦੇ ਨਾਲ ਅਗਲਾ ਹੱਸ ਕੇ ਦੇ ਦੂਗਾ ਵੀ ਕੋਈ ਨਾ, ਵੀ 2 ਮਹੀਨੇ ਏਸੀ 'ਚ ਬੈਠੇ ਸੀਗੇ, ਅਗਲੇ ਮਹੀਨੇ ਸਿਆਲਾਂ 'ਚ ਆਪਾਂ ਬਚਤ ਕਰ ਲਾਂਗੇ। ਗੱਲ ਇਹ ਆ ਕਿ ਇਹ ਇੱਕ ਇਕੋਨਮੀ ਜਿਹੜਾ ਕ੍ਰੈਸ਼ ਦੀ ਗੱਲ ਕਰੀਏ ਨਾ, ਸਾਡੀ ਕਦੀ ਇਕੋਨਮੀ ਪ੍ਰਫੁੱਲਤ ਕਿਉਂ ਨਹੀਂ ਹੁੰਦੀ ਹੈਗੀ, ਫਾਸਟ ਸਟੇਜ 'ਤੇ ਕਿਉਂ ਆ? ਕਿਉਂਕਿ ਬੜੇ ਸਾਰੇ ਜਿਹੜੇ ਇਕੋਨੋਮਿਸਟ ਨੇ ਉਹ ਇਹ ਕਹਿੰਦੇ ਨੇ ਕਿ ਇੰਡੀਅਨ ਇਕੋਨਮੀ ਇਸ ਕਰਕੇ ਪ੍ਰਫੁੱਲਤ ਨਹੀਂ ਹੁੰਦੀ ਕਿਉਂਕਿ ਇਹਦਾ ਜਿਹੜਾ ਸੈੱਟ ਆਫ ਗੋਲਸ ਆ ਨਾ, ਇਹ ਬਹੁਤ ਵੱਖਰੇ ਤਰੀਕੇ ਦੇ ਨਾਲ ਕੰਮ ਕਰਦੇ ਆ। ਇੱਥੇ ਅਸੀਂ ਸੈਂਸ ਆਫ ਸਿਕਿਉਰਿਟੀ ਨਹੀਂ ਦਿੰਦੇ ਲੋਕਾਂ ਨੂੰ, ਅਸੀਂ ਸੈਂਸ ਆਫ ਗਵਰਨਮੈਂਟ ਦਿੰਦੇ ਆ ਵੀ ਅਸੀਂ ਤੁਹਾਡੇ ਲਈ ਖੜੇ ਆ, ਗਵਰਨਮੈਂਟ ਹੈਗੀ ਆ, ਤੁਹਾਡਾ ਕੰਮ ਹੋਣਾ, ਨਹੀਂ ਗਵਰਨਮੈਂਟ ਹੋਗੀ ਤਾਂ ਕੁਛ ਨਹੀਂ ਹੋਣਾ। ਇੱਕ ਸੈਂਸ ਆਫ ਜਿਹੜੀ ਫੈਡਰਲ ਸਿਕਿਉਰਿਟੀ ਆ, ਜਿਹੜਾ ਕਹਿ ਲਈਏ ਕਿ
ਪੂਰੀ ਸਿਕਿਉਰਿਟੀ ਜਿਹੜੀ ਅਸੀਂ ਕਹਿੰਦੇ ਆ ਨਾ ਕਿ ਨੌਕਰੀ ਹੈਗੀ ਆ ਜੀ, ਗਵਰਨਮੈਂਟ ਕੋਈ ਵੀ ਆਵੇ ਕੰਮ ਤੇ ਸਾਡੇ ਕਰਨੇ ਹੀ ਕਰਨੇ, ਗਵਰਨਮੈਂਟ ਸਾਡੀ ਨੌਕਰ ਆ। ਇੱਥੇ ਗਵਰਨਮੈਂਟ ਨੌਕਰ ਨਹੀਂ ਹੈਗੀ, ਇੱਥੇ ਤਾਂ ਸਾਡੇ ਤੇ ਸਹਾਨ ਕੀਤਾ ਜਾਂਦਾ। ਜੇ ਕਿਸੇ ਕੁੜੀ ਨੂੰ ਸਾਈਕਲ ਮਿਲਦਾ 10ਵੀਂ 12ਵੀਂ ਨੂੰ, ਉੱਥੇ ਮੰਤਰੀ ਸਾਹਿਬ ਦੀ ਫੋਟੋ ਟੱਚ ਲਾਈ ਹੁੰਦੀ ਵੀ ਮੈਂ ਤੇ ਉੱਤੇ ਸਹਾਨ ਕਰ ਲਿਆ। ਆਟਾ ਦਾਲ ਸਕੀਮ, ਮੇਰੇ ਘਰੇ ਪਹਿਲਾਂ ਰੋਟੀ ਨਹੀਂ ਸੀ ਪੱਕਦੀ, ਮਸ਼ਹੂਰੀਆਂ ਉਹਦੀਆਂ ਆਉਂਦੀਆਂ। ਅੱਜ ਜਦੋਂ ਤੋਂ ਮਾਨ ਸਰਕਾਰ ਹੁਣਾਂ ਨੇ ਆਟਾ ਦਾਲ ਲਾਈ ਆ, ਮੇਰੇ ਤੱਕ ਐ ਹੋ ਗਿਆ। ਸਹਾਨ ਨਹੀਂ ਕੀਤਾ ਸਾਡੇ ਤੇ। ਪਹਿਲਾਂ ਤਾਂ ਇਹ ਚੀਜ਼ਾਂ ਬੰਦ ਹੋਣੀਆਂ ਚਾਹੀਦੀਆਂ। ਉਹ ਜੇ ਦੇ ਰਹੇ ਆ ਤਾਂ ਫਰਜ਼ ਆ ਉਹਨਾਂ ਦਾ। ਸਹੀ ਗੱਲ ਹੈ, ਉਹਨਾਂ ਦਾ ਫਰਜ਼ ਹੈ। ਜਿੱਥੇ ਜਿੱਥੇ ਸਪੋਰਟ ਦੀ ਲੋੜ ਹੈ ਸਟੇਟ ਨੂੰ, ਉੱਥੇ ਉੱਥੇ ਆਪਣੇ ਸਿਟੀਜ਼ਨਸ ਦੀ ਸਪੋਰਟ ਕਰਨੀ ਚਾਹੀਦੀ ਹੈ। ਤੁਹਾਡੀ ਗੱਲ ਬਿਲਕੁਲ ਸਹੀ ਹੈ। ਸਾਨੂੰ ਰੋਜ਼ਗਾਰ ਦਿਓ, ਸਾਨੂੰ ਕਾਰੋਬਾਰ ਦਿਓ, ਸਾਨੂੰ ਕੰਮ ਦਿਓ, ਸਾਡੇ ਹੱਥਾਂ ਨੂੰ ਕੰਮ ਦਿਓ, ਸਾਡੇ ਦਿਮਾਗ ਨੂੰ ਕੰਮ ਦਿਓ। ਉਹੀ ਇਹ ਸਾਨੂੰ ਕੀ ਖਰੀਦਦਾਰ ਲੱਗੇ ਹੋਏ ਹੋ? ਇਹ ਕਿਉਂ? ਕਿਉਂਕਿ ਅਸੀਂ ਤੁਹਾਨੂੰ ਮੁਫਤ 'ਚ ਦੇਵਾਂਗੇ ਤੇ ਤੁਸੀਂ ਸਾਨੂੰ ਵੋਟਾਂ ਪਾ ਦਿਓ। ਵੋਟਾਂ ਪਾ ਦਿਓ। ਗੱਲ ਵੋਟਾਂ ਦੀ ਹੈ। ਹੁਣ ਉਹ ਮੁਫਤ ਖੋਰੇ ਬਣਾ ਦਿਓ ਲੋਕਾਂ ਨੂੰ, ਪਰ ਤੁਸੀਂ ਆਪਣੀ ਜੇਬ 'ਚੋਂ ਥੋੜ੍ਹਾ ਦਿਓਗੇ। ਟੈਕਸ ਤਾਂ ਲੋਕਾਂ ਦਾ ਹੀ ਆਏਗਾ। ਹੁਣ ਦੱਸੋ, ਟੈਕਸ ਦੇਣ ਵਾਲੇ ਲੋਕ ਕਿੰਨੇ ਨੇ? 14 ਤੋਂ 20%, ਬਾਕੀ 80%। ਔਰ ਤੁਸੀਂ ਜਿਹੜੀ ਫ੍ਰੀ ਬੀਜ਼ ਪੋਲਿਟਿਕਸ ਦੀ ਗੇਮ ਖੇਡਦੇ ਹੋ, ਉਹ 14 ਤੋਂ 20% ਜਿੰਨਾ ਟੈਕਸ ਦੇਣਗੇ, ਉਹ ਸਟੇਟ ਦੀ ਡਿਵੈਲਪਮੈਂਟ ਕਿੱਦਾਂ ਹੋਣੀ ਆ? ਉਹਦਾ ਤੁਸੀਂ ਵੰਡੀ ਜਾਂਦੇ ਪਿਓ ਲੋਕਾਂ ਨੂੰ। ਕਦੀ ਸਬਸਿਡੀ ਦੇ ਦਿੱਤੀ, ਕਦੀ ਪੈਨਸ਼ਨਾਂ ਦੇ ਦਿੱਤੀਆਂ, ਤੇ ਕਦੀ ਕਿਤੇ ਕੋਈ ਹੋਰ ਜਿੱਦਾਂ ਕਹਿੰਦੇ ਆ ਖਰਚੇ ਚੁੱਕ ਲਏ ਕਿਸੇ ਦੇ। ਤੇ ਉਹਦੇ ਨਾਲ ਕੀ ਹੋਏਗਾ ਕਿ ਜਿਹੜੀ ਡਿਵੈਲਪਮੈਂਟ ਆ ਉਹ ਰੁਕ ਜਾਣੀ ਹੈ। ਪੂੰਜੀ ਨਿਵੇਸ਼ ਵਾਸਤੇ ਤੁਸੀਂ ਆਵਾਜ਼ਾਂ ਮਾਰਦੇ ਪਏ ਹੋ, ਪਰ ਪੋਲੀਟੀਕਲ ਸਟੇਬਿਲਿਟੀ ਨਹੀਂ ਦਿਖਦੀ ਪਈ, ਲਾਅ ਐਂਡ ਆਰਡਰ ਦੀ ਸਟੇਬਿਲਿਟੀ ਨਹੀਂ ਦਿਖਦੀ ਪਈ। ਸਰੇਆਮ ਗੋਲੀਆਂ ਚੱਲਦੀਆਂ ਪਈਆਂ ਨੇ। ਅਸੀਂ ਇਹ ਵੀ ਨਿਊਜ਼ ਦੇਖਦੇ ਹਾਂ, ਹਰ ਰੋਜ਼ ਦੀ ਨਿਊਜ਼ ਬਣੀ ਹੋਈ ਹੈ। ਸੋ ਪੂੰਜੀ ਨਿਵੇਸ਼, ਕੈਪੀਟਲ ਇਨਵੈਸਟਮੈਂਟ ਵਾਸਤੇ ਕੌਣ ਰੈਡੀ ਹੋਏਗਾ ਸਾਡੇ ਨਾਲ? ਮੈਂ ਉਹੀ ਗੱਲ ਕਹਿ ਰਿਹਾ ਕਿ ਇਹ ਬਹੁਤ ਲੰਬੇ ਸਮੇਂ ਦੀ ਕਹਾਣੀ ਹੈ। ਬਹੁਤ ਲੰਬੇ। ਤਾਂ ਬਲਕੌਰ ਸਿੰਘ ਜੋ ਕਹਿ ਰਹੇ ਨੇ, ਮੈਨੂੰ ਲੱਗਦਾ ਕਿ ਉਹਨਾਂ ਦਾ ਦੁੱਖ ਜਿਹੜਾ ਹੈ ਨਾ, ਹੁਣ ਇਦਾਂ ਛਲਕਦਾ ਪਿਆ। ਉਹ ਕਹਿੰਦੇ 40 ਦਿਨ ਹੋ ਗਏ, ਅਜੇ ਤੱਕ ਕੋਈ ਖੁਰਾ ਖੋਜ ਨਹੀਂ ਲੱਭਿਆ। 40 ਦਿਨ ਬਹੁਤ ਹੁੰਦੇ ਆ, ਬਹੁਤ ਜ਼ਿਆਦਾ। ਬਹੁਤ ਤੰਤਰ ਇੱਕ ਪੂਰਾ ਚਿੱਲਾ ਕੱਟ ਲਿਆ ਉਹਨਾਂ ਨੇ। ਹਾਂ, VVIP ਕੇਸ ਹੈ। ਮਤਲਬ ਤੁਸੀਂ ਕੀ ਸਾਬਤ ਕੀ ਕਰਨਾ ਚਾਹੁੰਦੇ ਆ? ਬਿਲਕੁਲ ਸਹੀ ਗੱਲ ਹੈ। ਅੱਛਾ, ਅੱਗੇ ਵੱਧਦੇ ਆ। ਦੂਜੀ ਨਿਊਜ਼ ਕਿਹੜੀ ਸੀ ਤੁਹਾਡੀ? ਦੂਜੀ ਸੀਗੀ ਵੀ 26 IPS ਆਫੀਸਰ ਲਾਉਣੇ ਆ ਜੀ। ਮੋਗਾ, ਆਪਾਂ ਕੱਲ੍ਹ ਗੱਲ ਕੀਤੀ ਮੋਗੇ ਦੀ, ਅੱਜ ਵੀ ਮੋਗੇ ਦੀ ਗੱਲ ਕੀਤੀ। ਫਿਰ ਉਸ ਤੋਂ ਪਹਿਲਾਂ ਆਪਾਂ ਬਟਾਲਾ, ਬਰਨਾਲੇ ਦੀਆਂ ਗੱਲਾਂ ਕਰਦੇ। ਸ਼ਰੇਆਮ ਕਿਰਚਾ ਮਾਰ ਕੇ ਕਦੀ ਕਤਲ ਹੋ ਜਾਂਦਾ, ਕਦੇ ਸ਼ਰੇਆਮ ਗੋਲੀਆਂ ਵੱਜ ਜਾਂਦੀਆਂ। ਫਗਵਾੜੇ ਦੀ ਗੱਲ ਕਰ ਲਓ ਤੇ ਇੰਸਪੈਕਟਰ ਦੇ ਉੱਤੇ ਇੱਦਾਂ ਲੱਗਦਾ ਲਾਅ ਐਂਡ ਆਰਡਰ ਬਿਖਰ ਗਿਆ, ਹੈ ਹੀ ਨਹੀਂ। ਮਤਲਬ ਸਾਨੂੰ ਲਾਅ ਐਂਡ ਆਰਡਰ ਦੀ ਜਿਹੜੀ ਇੱਕ ਕਹਿ ਲਈਏ ਕਿ ਡੈਫੀਨੇਸ਼ਨ ਹੈ, ਉਹ ਸ਼ਾਇਦ ਸਮਝ ਨਹੀਂ ਆਉਂਦੀ ਕਿ ਕੀ ਚੀਜ਼ ਚੱਲਣ ਰਹੀ ਆ। ਜਾਂ ਇਹ ਕਹਿ ਲਓ ਕਿ ਵੱਖਰਾ ਹੀ ਕੁਝ ਹੋ ਗਿਆ, ਕੰਮ ਹੀ ਵੱਖਰਾ ਹੋ ਗਿਆ ਨਾ, ਜਿਹੜੀ ਸਾਨੂੰ ਸਮਝ ਨਹੀਂ ਹੈਗੀ। ਇਸੇ ਹੀ ਚੱਲਦੇ ਹੁਣ ਇਹ 26 IPS ਲਾਏ ਨੇ। ਦੇਖੋ, ਇੱਕ ਬਹੁਤ ਸੋਹਣਾ ਕੰਮ ਹੈ। ਜੇ ਮੈਨੂੰ ਲੱਗਦਾ ਕਿ ਲਾਅ ਐਂਡ ਆਰਡਰ ਨੂੰ ਤੁਸੀਂ ਕਹਿੰਦੇ ਹੁੰਦੇ ਨਾ ਕਿ ਮੈਂ ਜਿੰਨਾ ਕੁ ਹੁਣ ਮੇਰਾ ਐਕਸਪੀਰੀਅੰਸ ਹੋ ਗਿਆ ਸੰਜੀਵ ਜੀ, ਇਸੇ ਹੀ ਘੜੀ ਦੇ ਵਿੱਚ, ਇਸੇ ਲਾਈਨ ਦੇ ਵਿੱਚ, ਮਤਲਬ ਜਰਨਲਿਜ਼ਮ ਦੇ ਵਿੱਚ, ਮੈਨੂੰ ਲੱਗਦਾ ਕਿ 3 ਕਰੋੜ ਆਬਾਦੀ ਹੋਵੇ, ਸਾਡੇ ਕੋਲੇ ਪੁਲਿਸ ਦੀ ਵੀ ਵੱਡੀ ਮਾਤਰਾ ਹੋਵੇ, ਛੋਟਾ ਜਿਹਾ ਸ਼ਹਿਰ ਹੋਵੇ, ਸਭ ਕੁਝ ਪਤਾ ਲੱਗ ਜਾਂਦਾ ਕਿਹੜੀ ਕੀੜੀ ਵੀ ਕਿੱਥੋਂ ਤੁਰੀ ਹੈ ਤੇ ਕਿੱਥੇ ਪਹੁੰਚੀ ਆ। ਕਿਉਂਕਿ ਇਹ ਸਰਕਾਰੇ, ਦਰਬਾਰੇ ਤੇ ਅਨੁਸ਼ਾਸਨ ਜਿਹੜੇ ਨੇ ਨਾ ਤਾਂਗਾ ਹੋਣ, ਤੇ ਤਾਂ ਹੀ ਚੀਜ਼ਾਂ ਇੱਧਰ ਉੱਧਰ ਹੁੰਦੀਆਂ, ਅਦਰਵਾਈਜ਼ ਕੁਝ ਨਹੀਂ ਹੁੰਦਾ। CID ਸਾਡੇ ਕੋਲੇ, ਇੰਟੈਲੀਜੈਂਸ ਵਿੰਗ ਸਾਡੇ ਕੋਲੇ, ਸਾਰਾ ਕੁਝ ਸਾਡੇ ਕੋਲੇ, ਨਾਕੇ ਸਾਡੇ ਕੋਲੇ। ਇਹ ਕਿਹੜਾ ਵੀ ਹੁਣ ਅਸੀਂ ਪੁਰਾਣੇ ਜ਼ਮਾਨੇ 'ਚ ਰਹਿੰਦੇ ਹਾਂ ਵੀ ਰੁੱਕਾ ਫੜਾਉਣ ਦੇ ਲਈ ਵੀ ਤੁਹਾਨੂੰ 10 ਦਿਨ ਦੌੜ ਕੇ ਜਾਣਾ ਪੈਣਾ। ਸਭ ਕੁਝ ਹੁੰਦਾ ਸਾਡੇ ਕੋਲੇ। ਬਾਰਡਰਾਂ 'ਤੇ ਸਿਕਿਉਰਿਟੀ ਬੈਠੀ ਹੋਈ ਆ। ਇਹ ਕਿਤੇ ਨਾ ਕਿਤੇ ਸਾਡੀ ਫੇਲੀਅਰ ਆ। ਐਡਮਿਨਿਸਟ੍ਰੇਟਿਵ ਫੇਲੀਅਰ ਤਾਂ ਹੈ ਨਾ। ਐਡਮਿਨਿਸਟ੍ਰੇਟਿਵ ਫੇਲੀਅਰ ਤਾਂ ਹੈ। ਕਿਤੇ ਨਾ ਕਿਤੇ ਕੋਈ ਬਹਾਨੇਬਾਜ਼ੀ ਹੋ ਜਾਂਦੀ ਹੈ, ਕਿਤੇ ਨਾ ਕਿਤੇ ਕੋਈ ਮਿਲੀ ਭਗਤ ਹੋ ਜਾਂਦੀ ਹੈ, ਕੋਈ ਉੱਪਰੋਂ ਪ੍ਰੈਸ਼ਰਸ ਹੋ ਜਾਂਦੇ ਨੇ। ਬਹੁਤ ਕੁਝ ਅਜਿਹਾ ਹੈ ਜਿੱਦਾਂ ਨਹੀਂ ਚੱਲਦਾ ਕੰਮ। ਇੱਕ ਨਾ ਉਹ ਸਰਦੀਆਂ ਦੇ ਵਿੱਚ ਇੱਕ ਮੁਹਾਵਰਾ ਬੋਲਿਆ ਜਾਂਦਾ ਜਿਹੜਾ ਕਾਫੀ ਮਸ਼ਹੂਰ ਹੁੰਦਾ ਕਿ ਉਹ ਰੋਜ਼ ਸਵੇਰੇ ਕਹਿੰਦਾ ਕਿ ਮੈਂ ਅੱਜ ਸਵੇਰੇ ਐਕਸਰਸਾਈਜ਼ ਕਰੂੰਗਾ, ਸੈਰ ਕਰਨ ਜਾਊਂਗਾ, ਪਰ ਠੰਡ ਲੱਗਦੀ ਹੈ, ਨਹੀਂ ਜਾਂਦਾ, ਰਜਾਈ 'ਚ ਵੜਿਆ ਰਹਿੰਦਾ। ਕਹਿੰਦਾ ਮੈਂ ਤੇ ਜਾਣਾ ਚਾਹੁੰਦਾ, ਰਜਾਈ ਨਹੀਂ ਛੱਡਦੀ ਮੈਨੂੰ। ਉਹ ਭਲਿਆ ਲੋਕਾਂ, ਤੂੰ ਨਹੀਂ ਰਜਾਈ ਨਹੀਂ ਛੱਡਦਾ ਪਿਆ। ਉਹੀ ਗੱਲ, ਇਹੀ ਬਹਾਨਾ, ਆਹ ਨਹੀਂ ਹੁੰਦਾ ਤੇ ਆਹ ਨਹੀਂ ਹੁੰਦਾ। ਤੁਸੀਂ ਕੀ ਕਰਦੇ ਪਏ ਹੋ? ਤਨਖਾਹਾਂ ਕਾਹਦੀਆਂ ਲੈਂਦੇ ਪਏ ਹੋ? ਤੁਹਾਨੂੰ ਲਾਅ ਐਂਡ ਆਰਡਰ ਮੇਨਟੇਨ ਕਰਨ ਵਾਸਤੇ ਹੀ ਰੱਖਿਆ ਗਿਆ ਨਾ, ਉਹ ਕਿਉਂ ਨਹੀਂ ਮੇਨਟੇਨ ਹੋ ਰਿਹਾ? ਸੋ ਜੇ ਬਹਾਨੇਬਾਜ਼ੀ ਕਰੋਗੇ, ਆਨਾਕਾਨੀ ਕਰੋਗੇ, ਡਰਾਮੇਬਾਜ਼ੀ ਕਰੋਗੇ, ਤਰ੍ਹਾਂ ਤਰ੍ਹਾਂ ਦੀਆਂ ਗੱਲਾਂ ਨਾਲ ਬਹਾਨੇ ਲਗਾਓਗੇ, ਤਾਂ ਸਭ ਨੂੰ ਸਮਝ ਆਉਂਦੀ ਪਈ ਇਹ ਗੇਮ ਕੀ ਚੱਲਦੀ ਪਈ। ਵਾਕਈ ਤੁਹਾਡੀ ਗੱਲ ਬੜੀ ਦਰੁਸਤ ਹੈ। ਅੱਛਾ, ਅੱਗੇ ਆਉਂਦੇ ਆ, ਕਿਉਂਕਿ ਲਗਾਤਾਰ ਨਾ ਆਪਾਂ ਮੌਸਮ ਦੀ ਕੱਲ੍ਹ ਵੀ ਗੱਲ ਕੀਤੀ ਸੀ ਤੇ ਅਮਰਨਾਥ ਯਾਤਰਾ ਤੇ ਵੀ ਹਨਾ ਮੁਲਤਵੀ ਹੋਈ ਹੈ, ਪੋਸਟਪੋਨ ਕਰ ਦਿੱਤੀ ਹੈ। ਮੈਂ ਉਹੀ ਸੋਚਦਾ ਸੀ ਵੀ ਕੱਲ ਅਸੀਂ ਸਾਰੀਆਂ ਗੱਲਾਂ ਤੇ ਕਰ ਲਈਆਂ ਵੀ ਅਮਰਨਾਥ ਯਾਤਰਾ ਕਿਉਂ ਨਹੀਂ ਛੇੜੀ। ਤੋ ਅੱਜ ਸਵੇਰੇ ਜਦੋਂ ਰੈਸਕਿਊ ਆਪਰੇਸ਼ਨ ਚੱਲਿਆ ਤਾਂ ਮੈਂ TV ਔਨ ਕੀਤਾ, ਕੀ ਹੋਇਆ? ਬੱਦਲ ਫਟ ਗਿਆ। ਬਹੁਤ ਔਖਾ ਸਮਾਂ ਆਇਆ, ਕਿਉਂਕਿ ਕੱਲ ਅਸੀਂ ਦੇਖਿਆ ਸੀ ਵੀ ਪਾਣੀ ਦਾ ਵਹਾਅ ਵੀ ਕਈ ਹੋ ਗਿਆ। ਅਸੀਂ ਉੱਤਰਾਖੰਡ ਦੀ ਵੀ ਗੱਲ ਕੀਤੀ ਸੀ, ਜਿੱਥੇ ਉਹ ਆਰਕੈਸਟਰਾ ਵਾਲਾ ਜਿਹੜੇ ਸੀਗੇ 9 ਦੇ 9 ਮਰ ਗਏ, 1 ਬੱਚੀ ਜਿਹੜੀ। ਤੇ ਇਹ ਕਿੱਦਾਂ ਨਾ, ਜਿਹਦਾ ਪਰਿਵਾਰ ਤੁਸੀਂ ਉਹ ਦੇਖੋ, ਪਟਿਆਲੇ ਦੇ ਜਿਹੜੇ ਪਰਿਵਾਰ ਦਿਖਾਉਂਦੇ ਸੀਗੇ TV ਦੇ ਵਿੱਚ ਕੱਲ, ਉਹ ਕਿੰਨੇ ਗਰੀਬ ਘਰ ਨੇ ਜੀ।
ਉਹੀ ਖਾਣਾ, ਉਹੀ ਪਾਉਣਾ ਤੇ ਉਹੀ ਹੰਡਾਉਣਾ ਦਿਲ ਵਲੂੰਦਰਿਆ ਜਾਂਦਾ ਜਦੋਂ ਇਦਾਂ ਦੀਆਂ ਘਟਨਾ ਉਹਨਾਂ ਦੇ ਨਾਲ ਹੋ ਜਾਂਦੀਆਂ। ਬਿਲਕੁਲ ਹੋ ਜਾਂਦਾ ਹੈ, ਔਰ ਇੱਕ ਜੀ ਚਲਾ ਜਾਂਦਾ ਜਿਹੜਾ ਕਮਾ ਕੇ ਲਿਆਂਦਾ ਵਾਪਸ ਸਾਰੇ ਟੱਬਰ ਨੂੰ ਵਾਕਈ ਰੋਟੀ ਦਾ ਇੰਤਜ਼ਾਮ ਕਰਦਾ, ਉਹ ਚਲਾ ਗਿਆ। ਚਲਾ ਗਿਆ। ਹੁਣ ਇਹਦੇ ਵਿੱਚ ਵੀ ਅਸੀਂ ਦੇਖਦੇ ਹਾਂ ਕਿ ਆਰਮੀ ਲੱਗੀ ਹੋਈ ਆ, ਹੈਲੀਕਾਪਟਰਸ ਵੀ ਆਰਮੀ ਦੇ ਇਸਤੇਮਾਲ ਹੋ ਰਹੇ ਨੇ। ਕਈ ਲੋਕ ਲਾਪਤਾ ਨੇ, ਪਤਾ ਨਹੀਂ ਲੱਗਦਾ ਪਿਆ ਕਿ ਕਿੱਥੇ ਚਲੇ ਗਏ। ਔਰ ਇਹ ਮੈਨੂੰ ਲੱਗਦਾ ਫਿਰ ਵੀ ਅਮਰਨਾਥ ਯਾਤਰਾ ਸੰਜੀਵ ਜੀ ਹਾਈਲੀ ਪ੍ਰੋਟੈਕਟਡ ਆ, ਹਾਈਲੀ ਪ੍ਰੋਟੈਕਟਡ ਤੇ ਹਾਈਲੀ ਮੈਨੇਜੇਬਲ ਅਸੀਂ ਕਹ ਲਈਏ ਤਰੀਕੇ ਦੇ ਨਾਲ ਵੱਲੋਂ ਹੋ ਕੇ ਜਾਣਾ ਪੈਂਦਾ ਨਾ, ਇਸ ਕਰਕੇ ਸਿਕਿਉਰਿਟੀ ਦਾ ਪੂਰਾ ਇੰਤਜ਼ਾਮ ਹੈ। ਸੋ ਇਹਦੇ ਨਾਲ ਚਲੋ ਇੱਥੇ ਤਾਂ ਬੜੀ ਤਰੀਕੇ ਨਾਲ ਆਰਮੀ ਵੀ ਰੈਸਕਿਊ ਕਰ ਰਹੀ ਹੈ, ਪਰ ਬਹੁਤ ਸਾਰੀਆਂ ਜਗ੍ਹਾ ਇੱਦਾਂ ਦੀਆਂ, ਮਸੂਰੀ ਕਹਿ ਲਓ, ਇੱਧਰ ਕਹਿ ਲਈਏ ਸ਼ਿਮਲਾ, ਕੁੱਲੂ, ਥੋੜ੍ਹੇ ਦਿਨ ਅਵੋਇਡ ਕਰ ਲੈਣਾ ਚਾਹੀਦਾ ਸਾਡੇ ਜਿਹੜੇ ਵਾਕਈ, ਕਿਉਂਕਿ ਯੈਲੋ ਅਲਰਟ ਹੈ ਹਿਮਾਚਲ ਦੇ ਵਿੱਚ। ਜਦੋਂ ਯੈਲੋ ਅਲਰਟ ਖਤਮ ਹੋ ਜਾਵੇ ਉਦੋਂ ਸਾਡੇ ਜਿਹੜੇ ਟੂਰਿਸਟ ਪੰਜਾਬ ਤੋਂ ਜਾ ਰਹੇ ਨੇ ਜਾਂ ਕਿਸੇ ਹੋਰ ਜਗ੍ਹਾ ਤੋਂ ਆ ਰਹੇ ਨੇ, ਉਦੋਂ ਉਹਨਾਂ ਨੂੰ ਉੱਥੇ ਜਾ ਲੈਣਾ ਚਾਹੀਦਾ, ਕਿਉਂਕਿ ਦੇਖੋ ਤੁਸੀਂ ਬਾਅਦ ਵਿੱਚ ਪਛਤਾਉਣ ਦੇ ਨਾਲੋਂ ਪਹਿਲਾਂ ਹੀ ਰੋਕ ਲਓ, ਐਡੀ ਵੀ ਕੀ ਆਖਰ ਆਈ ਆ। ਬਿਲਕੁਲ ਸਹੀ ਹੈ, ਧਾਰਮਿਕ ਭਾਵਨਾਵਾਂ ਜੁੜੀਆਂ ਹੁੰਦੀਆਂ ਨੇ, ਕਹਿ ਵੀ ਕੁਝ ਨਹੀਂ ਸਕਦੇ, ਪਰ ਇੰਨੀ ਕੁ ਗੱਲ ਜ਼ਰੂਰ ਆ ਕਿ ਜਦੋਂ ਤੁਸੀਂ ਦੇਖੋ ਕਿ ਉੱਥੇ ਜਾਣ ਦੇ ਵਿੱਚ ਮਤਲਬ ਆਫਤ ਆਉਣ ਵਾਲੀ, ਜਿੱਦਾਂ ਤੁਸੀਂ ਗੱਲ ਕਹੀ ਹੈ, ਉੱਥੇ ਆਪਣੀ ਜਾਨ ਬਚਾਉਣ ਵਾਸਤੇ ਲੋਕ ਕਿੱਦਾਂ ਇੱਧਰ ਉੱਧਰ ਲੁਕੇ ਹੋਏ ਨੇ, ਜਾਂ ਉਹਨਾਂ ਨੂੰ ਗਵਰਨਮੈਂਟ ਨੇ ਲੁਕਾਇਆ ਹੋਇਆ ਕਿ ਜੋ ਵੀ ਹਾਲਾਤ ਪੈਦਾ ਹੋਏ ਨੇ, ਤਾਂ ਰੱਬ ਨੂੰ ਘਰ ਬਹਿ ਕੇ ਵੀ ਤੁਸੀਂ ਯਾਦ ਕਰ ਸਕਦੇ ਹੋ। ਜਦੋਂ ਮੌਸਮ ਠੀਕ ਹੋਏਗਾ, ਸੁਖਾਵਾਂ ਹੋਏਗਾ, ਜ਼ਰੂਰ ਜਾਓ, ਜਮ ਜਾਓ, ਕਿਹਨੇ ਕਿ ਰੋਕਿਆ ਨਾ ਜਾਓ। ਤੇ ਪਰ ਜਦੋਂ ਤੱਕ ਇਹ ਸਭ ਸੁਖਾਵਾ ਨਹੀਂ ਹੈ, ਗ੍ਰੀਨ ਸਿਗਨਲ ਨਹੀਂ ਹੈ ਗਵਰਨਮੈਂਟ ਵੱਲੋਂ, ਉਦੋਂ ਤੱਕ ਤੁਸੀਂ ਘਰ ਬਹਿ ਕੇ ਵੀ ਤਾਂ ਯਾਦ ਕਰ ਸਕਦੇ ਹੋ। ਸੋ ਅੱਗੇ ਵਧਦੇ ਹਾਂ ਆਪਾਂ। ਰੇਡ ਹੋਇਆ ਹੈ, ਐਸਐਸਪੀ ਸਾਹਿਬ ਨੇ ਇੱਕ ਵੱਡਾ ਐਕਸ਼ਨ ਲਿੱਤਾ ਹੈ ਜਲੰਧਰ ਦਿਆਂ ਨੇ, ਤੇ ਭੋਗਪੁਰ ਦੇ ਨੇੜੇ ਪਿੰਡ ਕਿੰਗਰਾ ਚੋ ਵਾਲਾ, ਉੱਥੇ ਨਸ਼ਾ ਤਸਕਰ ਫੜੇ ਗਏ ਨੇ। ਕੰਧਾ ਟੱਪ ਕੇ ਮੈਂ ਵੇਖਿਆ ਵੀ ਖਬਰਾਂ ਸੋਸ਼ਲ ਮੀਡੀਆ ਤੇ ਆਉਂਦੀਆਂ ਸੀ, ਕਿਵੇਂ ਹੈ ਨਾ ਕੰਧਾ ਟੱਪਣ ਦੇ ਪੁਲਿਸ ਵਾਲੇ, ਤੇ ਉਹ ਜਨਾਨੀ ਖਰੇ ਘਰ 'ਚ ਸੀਗੀ ਤੇ ਉਹ ਕਹਿੰਦੇ ਪੂਰਾ ਪਿੰਡ ਕਾਬੂ ਕੀਤਾ ਉਹਨਾਂ ਨੇ, ਔਰ ਰਾਉਂਡ ਅਪ ਦੇ ਉੱਤੇ ਕੁਝ ਲੋਕਾਂ ਨੂੰ ਲੈ ਕੇ ਵੀ ਆਏ ਨੇ, ਜਿਹਦੇ 'ਚ ਲੇਡੀਜ਼ ਵੀ ਸ਼ਾਮਿਲ ਨੇ, ਕਿਉਂਕਿ ਪਿੰਡ ਵਾਲਿਆਂ ਨੇ ਲਿਖ ਕੇ ਦਿੱਤਾ ਸੀਗਾ ਕਿ ਇੰਨਾ ਜ਼ਿਆਦਾ ਨਸ਼ਾ ਸਾਡੇ ਪਿੰਡ 'ਚ ਹੋ ਗਿਆ ਕਿ ਸਾਡੇ ਬੱਚਿਆਂ ਦਾ ਵਿਆਹ ਕਰਨਾ ਮੁਸ਼ਕਲ ਹੋ ਗਿਆ, ਕਿਉਂਕਿ ਬਦਨਾਮ ਹੋ ਚੁੱਕਾ ਸਾਡਾ ਪਿੰਡ। ਤਾਂ ਇਹ ਐਕਸ਼ਨ ਲਿੱਤਾ ਗਿਆ। ਨਹੀਂ, ਬਹੁਤ ਚੰਗੀ ਗੱਲ ਆ। ਮੈਨੂੰ ਲੱਗਦਾ ਜਿੱਥੇ ਜਿੱਥੇ ਮਾਪਿਆਂ ਦੇ ਜਵਾਕ ਨਸ਼ੇ ਨਾਲ ਮਰਦੇ ਆ ਨਾ, ਲੁਕਾਉਣ ਦੀ ਗੱਲ ਨਹੀਂ ਕੋਈ। ਬਿਲਕੁਲ ਸਹੀ ਹੈ। ਨਿਕਲ ਕੇ ਬਾਹਰ ਆ ਜਾਓ, ਗਲੀਆਂ ਤੇ ਬੈਠ ਜਾਓ, ਰੋਡਾਂ ਤੇ ਬੈਠੋ, ਦੱਸੋ ਵੀ ਸਾਡਾ ਤਾਂ ਕੋਈ ਲੈ ਗਿਆ ਵੀ, ਪਰ ਕਿਸੇ ਹੋਰ ਦਾ ਨਾ ਜਾਵੇ, ਅਸੀਂ ਇਸ ਲਈ ਬੈਠੇ ਹਾਂ। ਕਹਿੰਦੇ ਹੁੰਦੇ ਨਾ ਕਿ ਜਦੋਂ ਜੰਗਲ ਦੇ ਵਿੱਚ ਅੱਗ ਲੱਗੀ ਹੋਵੇ ਤਾਂ ਤੁਸੀਂ ਇਹ ਨਹੀਂ ਕਹਿ ਸਕਦੇ ਕਿ ਕਿਸੇ ਟਾਹਣੇ ਤੇ ਬੈਠ ਕੇ ਤੁਸੀਂ ਸੁਰੱਖਿਅਤ ਹੋ ਜਾਓਗੇ, ਕਿਉਂਕਿ ਉਹ ਅੱਗ ਨੇ ਕਿਤੇ ਨਾ ਕਿਤੇ ਪੂਰਾ ਜੰਗਲ ਲੈ ਬਹਿਣਾ, ਤੁਰਦੀ ਜਾਂਦੀ ਹੈ ਨਾ। ਇਹਦੀ ਵੱਡੀ ਐਗਜ਼ਾਮਪਲ ਅਸੀਂ ਦੇਖੀਏ ਕਿ ਆਸਟ੍ਰੇਲੀਆ ਦੇ ਵਿੱਚ ਲੱਗੀ ਅੱਗ ਨੇ ਕਿੱਦਾਂ ਸਾਰਾ ਉਹ ਜੰਗਲ ਤਬਾਹ ਕਰ ਦਿੱਤਾ। ਇੱਦਾਂ ਫਿਰ ਅਸੀਂ ਕਹਿੰਦੇ ਹਾਂ ਕਿ ਬਹੁਤ ਸਾਰੀਆਂ ਚੀਜ਼ਾਂ ਹੋਰ ਹੁੰਦੀਆਂ। ਹੁਣ ਪੰਜਾਬ ਦੇ ਵਿੱਚ ਵੀ ਅਸੀਂ ਕਹਿ ਲਈਏ ਕਿ ਨਸ਼ਾ ਤਾਂ ਹੈ, ਨਸ਼ਾ ਹੈ। ਇਹ ਵੀ ਚੰਗਾ ਹੈ ਕਿ ਕਈ ਪਿੰਡਾਂ ਦੇ ਵਿੱਚ ਗੁਰਦੁਆਰਾ ਸਾਹਿਬ ਤੋਂ ਅਨਾਉਂਸਮੈਂਟਸ ਹੋ ਗਈਆਂ ਨੇ ਵਾਕਈ ਕਿ ਪੰਚਾਇਤ ਸਟ੍ਰਿਕਟ ਆ, ਜੇ ਕੋਈ ਨਸ਼ਾ ਵੇਚਦਾ ਖਰੀਦਦਾ ਫੜਿਆ ਗਿਆ ਤੇ ਆਪਣਾ ਪੜ੍ਹਿਆ ਲਿਖਿਆ ਵਿਚਾਰ ਦਿਓ, ਅਸੀਂ ਐਕਸ਼ਨ ਲੈਣਾ ਹੀ ਲੈਣਾ, ਔਰ ਤੁਹਾਨੂੰ ਪੁਲਿਸ ਦੇ ਹਵਾਲੇ ਅਸੀਂ ਕਰਨਾ ਹੀ ਕਰਨਾ। ਖੈਰ ਠੀਕ ਹੈ, ਪਿੰਡਾਂ ਵਾਲੇ ਵੀ ਅਲਰਟ ਹੋਏ ਨੇ। ਤੇ ਹੁਣ ਸਾਡਾ ਸਮਾਂ ਹੋ ਰਿਹਾ ਸਮਾਪਤ, ਤੇ ਜਾਂਦੇ ਜਾਂਦੇ ਥੋੜੀ ਜਿਹੀ ਇੰਨੀ ਗੱਲ ਕਰ ਦਿੰਦੇ ਆ ਕਿ ਅਮਰੀਕਾ ਦੇ ਵਿੱਚ ਕਾਫੀ ਪ੍ਰੈਸ਼ਰ ਬਣਿਆ ਹੋਇਆ ਜੋ ਗਰਭਪਾਤ ਨੂੰ ਲੈ ਕੇ ਕਾਨੂੰਨ ਬਣਿਆ। ਹੁਣ ਜੋ ਬਾਈਡਨ ਸਾਹਿਬ ਕੀ ਐਕਸ਼ਨ ਲੈਂਦੇ ਨੇ ਔਰ ਜੋ ਉਹਨਾਂ ਦੀਆਂ ਸਪੈਸ਼ਲ ਮੀਟਿੰਗਸ ਨੇ ਉਹਦੇ 'ਚ ਕੀ ਵਿਚਾਰ ਦਿੰਦੇ ਨੇ, ਇਹਦੇ ਉੱਤੇ ਸਾਰਿਆਂ ਦੀਆਂ ਨਜ਼ਰਾਂ ਲੱਗੀਆਂ ਹੋਈਆਂ ਨੇ ਕਿ ਸਜ਼ਾ ਨੂੰ ਲੈ ਕੇ ਕੀ ਗੱਲਬਾਤ ਹੋਏਗੀ, ਕਾਨੂੰਨ ਨੂੰ ਲੈ ਕੇ ਕੀ ਗੱਲਬਾਤ ਹੋਏਗੀ, ਤੇ ਬਾਈਡਨ ਸਾਹਿਬ ਕੀ ਵਿਚਾਰ ਦੇਣਗੇ, ਕੀ ਕਹਿਣਗੇ, ਕਿੱਦਾਂ ਸੰਬੋਧਿਤ ਹੋਣਗੇ ਆਪਣੀਆਂ ਸਿਟੀਜ਼ਨਸ ਨੂੰ। ਇਹ ਗੱਲ ਹੁਣ ਖਾਸ ਦੇਖਣ ਵਾਲੀ ਹੈ। ਦੇਖੋ, ਬਾਈਡਨ ਸਾਹਿਬ ਤਾਂ ਚਲੋ ਸੰਬੋਧਨ ਹੋਣਗੇ, ਕਿਉਂਕਿ ਅਮਰੀਕਾ ਵਰਗੇ ਮੁਲਕ ਦੀ ਨਾ ਸਾਈਕੀ ਬੜੀ ਵੱਖਰੀ ਹੈ। ਮੈਂ ਇਹ ਸੋਚਦਾ ਸੀ ਵੀ ਉਨੇ ਲੋਕੀ ਹੱਕ 'ਚ ਨੇ ਤੇ ਉਨੇ ਹੀ ਲੋਕੀ ਵਿਰੋਧ 'ਚ ਨੇ, ਪਰ ਕਦੀ ਜੋ ਔਰਤ ਚਾਹੁੰਦੀ ਆ, ਕਿਉਂਕਿ ਸਰੀਰ ਉਹਦਾ ਆ, ਇਹ ਵੀ ਤਾਂ ਗੱਲ ਝੁਠਲਾਈ ਨਹੀਂ ਨਾ ਜਾ ਸਕਦੀ। ਬਿਲਕੁਲ ਠੀਕ ਹੈ, ਇੱਕ ਇਹ ਪੱਖ ਵੀ ਹੈ। ਦੂਜਾ ਪੱਖ ਇਹ ਵੀ ਹੈ ਕਿ ਕਈ ਲੋਕ ਕਹਿੰਦੇ ਨੇ ਕਿ ਇਟ ਇਜ਼ ਇਕੁਇਵਲੈਂਟ ਟੂ ਮਰਡਰ, ਕਿਉਂਕਿ ਇੱਕ ਜੀਵ ਤੁਹਾਡੀ ਕੁੱਖ 'ਚ ਹੈਗਾ। ਪਰ ਮੈਨੂੰ ਲੱਗਦਾ ਹੈ ਕਿ ਇਹ 19 ਹਫ਼ਤਿਆਂ ਬਾਅਦ ਆ ਕਿ ਤੁਸੀਂ ਨਹੀਂ ਕਰਾ ਸਕਦੇ। ਮੀਨਵਾਈਲ 19 ਹਫ਼ਤਿਆਂ ਤੋਂ ਪਹਿਲਾਂ ਤੁਸੀਂ ਕਰਾ ਸਕਦੇ ਹੋ ਅਬੋਰਟ। ਇਹ ਸਭ ਮੈਡੀਕਲ ਟਰਮਸ ਨੇ, ਦੇਖੋ ਕੀ ਚੀਜ਼ ਸਾਹਮਣੇ ਆਉਂਦੀ ਹੈ, ਕਿਉਂਕਿ ਹੁਣ 50 ਸਾਲ ਪੁਰਾਣਾ ਫੈਸਲਾ ਪਲਟਿਆ, ਇੱਕ ਨਵੀਂ ਚੀਜ਼ ਆਈ ਹੈ, ਉਹਦੇ ਖਿਲਾਫ ਐਜੀਟੇਸ਼ਨਸ ਵੀ ਹੋ ਰਹੀਆਂ ਨੇ। ਹੁਣ ਅੱਗੇ ਕਿੱਦਾਂ ਡਿਵੈਲਪਮੈਂਟਸ ਹੋਣਗੀਆਂ ਉਸ ਤੋਂ ਬਾਅਦ ਹੀ ਆਪਾਂ ਆਪਣੇ ਦਰਸ਼ਕਾਂ ਨਾਲ ਸ਼ੇਅਰ ਕਰ ਸਕਾਂਗੇ। ਵਾਕਈ ਚਲੋ, ਅੱਜ ਜਲੰਧਰ ਵੈਸੇ ਆਪਾਂ ਨੂੰ ਜਾਣਾ ਵੀ ਔਖਾ ਹੋ ਜਾਣਾ, ਕਿਉਂਕਿ ਬਹੁਤ ਪੁਲਿਸ ਲੱਗੀ ਹੋਈ ਆ। ਅੱਜ ਇੱਥੇ ਕੇਂਦਰੀ ਯੋਜਨਾ ਚੈੱਕ ਕਰਨ ਵਾਲੇ ਮੰਤਰੀਆਂ ਦੀ ਇੱਕ ਟੀਮ ਆਈ ਆ, ਜਿਹਦੇ ਵਿੱਚੋਂ ਸਾਧਵੀ ਨਿਰੰਜਨ ਵੀ ਇੱਕ ਆ, ਤੇ ਤੁਸੀਂ ਵੀ ਬਚ ਕੇ ਜਾਇਓ ਫਿਰ ਅੱਜ। ਠੀਕ ਹੈ ਜੀ, ਆਪਾਂ ਆਰਾਮ ਨਾਲ ਉਹਨਾਂ ਰਸਤਿਆਂ ਤੇ ਜਾਵਾਂਗੇ। ਮੀਂਹ ਵੀ ਪੈਣ ਡਿਆ ਦੇ ਉੱਤੇ, ਹਾਂ ਮੀਂਹ ਵੀ ਪੈਣ ਡਿਆ, ਜਿਨ੍ਹਾਂ ਰਸਤਿਆਂ ਦੇ ਉੱਤੇ ਸਿਕਿਉਰਿਟੀ ਘੱਟ ਹੈ, ਤੇ ਮੀਂਹ ਪੈਣ ਡਿਆ ਤੇ ਚਿੱਕੜ ਘੱਟ ਹੋਏਗਾ, ਜਿੱਥੇ ਉੱਥੋਂ ਜਾਵਾਂਗੇ ਸੜਕ ਟੁੱਟੀ ਹੋਈ ਨਾ ਹੋਵੇ ਜਿੱਥੇ। ਚਲੋ ਫਿਲਹਾਲ ਅਸੀਂ ਚੱਲਦੇ ਹਾਂ, ਤੁਸੀਂ ਦੇਖਦੇ ਰਹੋ ਪੰਜਾਬ ਮੇਲ USA TV। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ।